ਇਹ ਜਿਹੜੀ ਮੋਦੀ ਪਾਰਟੀ ਹੈ ਇਹਨਾਂ ਨੇ ਹਰੇਕ ਬੰਦੇ ਨੂੰ ਡਰਾ ਕੇ ਰੱਖਤਾ। ਇਹਨਾਂ ਨੇ ਇੱਕ ਰਾਜ ਨਹੀਂ ਕੀਤਾ, ਇੱਕ ਬਦਮਾਸ਼ੀ ਕੀਤੀ ਹੈ। ਸਕਾਈ ਨਿਊਜ਼ ਪੰਜਾਬ ਦੇ ਉੱਤੇ ਮਹੰਤ ਚੰਡੀਦਾਸ ਜੀ ਦਾ ਸਿੱਧਾ ਮੋਦੀ ਸਰਕਾਰ ਦੇ ਉੱਤੇ ਆਰੋਪ ਹੈ ਕਿ ਸੰਤ ਆਸਾਰਾਮ ਬਾਪੂ ਤੇ ਉਹਨਾਂ ਦੇ ਬੇਟੇ ਨਾਰਾਇਣ ਸਾਈਂ ਦੇ ਉੱਤੇ ਜਿਹੜਾ ਪਰਚਾ ਦਰਜ ਹੋਇਆ ਹੈ ਉਹ ਝੂਠਾ ਦਰਜ ਹੋਇਆ ਹੈ। ਕਈ ਸ਼ੰਕਰਾਚਾर्य ਨੇ, ਜਗਤ ਗੁਰੂ ਨੇ, ਮਹਾਮੰਡਲੇਸ਼ਵਰ ਨੇ, ਇੰਨੀ ਬੜੀ ਅਸੀਂ ਤਾਦਾਦ ਕਹਿ ਲਈਏ ਕਿ ਦੇਸ਼ ਦਾ ਇੰਨਾ ਬੜਾ ਸੰਤ ਮਹਾਤਮਾ, ਪਰ ਕਿਸਾਨ ਸੰਘਰਸ਼ ਦੇ ਵਿੱਚ ਅਜੇ ਤੱਕ ਕੋਈ ਪੰਡਤ, ਕੋਈ ਸਾਧੂ ਸੰਤ ਸਾਡੇ ਮੰਚ ਉੱਤੇ ਸਮਰਥਨ ਦੇਣ ਨਹੀਂ ਆਇਆ। ਆਖਿਰਕਾਰ ਕਿਉਂ? ਗਾਜ਼ੀਪੁਰ ਬਾਰਡਰ ਦੀ ਗੱਲ ਕਰੀਏ, ਟਿਕਰੀ ਬਾਰਡਰ ਤੇ ਗੱਲ ਕਰੀਏ, ਉੱਥੇ ਹਾਲੇ ਤੱਕ ਅਸੀਂ ਤੁਹਾਨੂੰ ਕਿਸੇ ਮੰਚ ਤੇ ਨਹੀਂ ਦੇਖਿਆ ਕਿ ਨਰਿੰਦਰ ਮੋਦੀ ਨੂੰ ਕੋਈ ਵਿਅਕਤੀ ਜਾਂ ਕੋਈ ਸੰਸਥਾ ਜਾਂ ਕੁਝ ਲੋਕ ਬਲੈਕਮੇਲ ਕਰ ਰਹੇ। ਕੀ ਤੁਹਾਡੇ ਆંકੜਿਆਂ ਦੇ ਮੁਤਾਬਕ ਜਿਹੜਾ ਖੇਤੀ ਕਾਨੂੰਨ ਹੈ ਰੱਦ ਹੋਏਗਾ? ਇਹ ਜਨਵਰੀ ਦੇ 5 ਤਰੀਕ ਤੋਂ ਬਾਅਦ ਇਹ ਰੱਦ ਹੋ ਸਕਦਾ ਹੈ। ਕਿਸਾਨ ਕਹਿੰਦੇ ਨੇ ਕਿ ਅਸੀਂ ਸਰਹੱਦਾਂ ਤੇ ਵੀ ਲੜੀਏ ਤੇ ਸਾਡੇ ਜਿਹੜੇ ਮਾਪੇ ਨੇ ਉਹ ਜਾ ਕੇ ਸਰਹੱਦਾਂ ਤੇ ਵੀ ਬੈਠਣ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਿੱਧੇ ਤੌਰ ਤੇ ਕਿਹਾ ਕਿ ਉਰੇ ਖਾਲਿਸਤਾਨੀ ਹੈ। ਸਭ ਤੋਂ ਜ਼ਿਆਦਾ ਖਾਲਿਸਤਾਨ ਤੁਸੀਂ ਹੋ ਜਿਹੜਾ ਹਜੇ ਤੱਕ ਨਹੀਂ ਪੁਕਾਰ ਨਹੀਂ ਸੁਣੀ। ਪੰਜਵੇਂ ਪਾਤਸ਼ਾਹ ਜੀ ਨੇ ਵੀ ਸ਼ਾਂਤੀ ਦੇ ਰੂਪ 'ਚ ਪ੍ਰਤੀ ਦਬੀਆਂ ਤੇ ਬੈਠੇ, ਉਹਨਾਂ ਨੇ ਵੀ ਇਹ ਜਾ ਕੇ ਕਹਿਤਾ ਸੀ ਹੁਣ ਸ਼ਾਂਤੀ ਬਹੁਤ ਹੋ ਗਈ, ਹੁਣ ਇੱਕ ਪਾਸੇ ਮਾਲਾ ਇੱਕ ਪਾਸੇ ਖੰਡਾ। ਜਿਵੇਂ ਭਗਤ ਸਿੰਘ ਨੇ ਆਪਣੇ ਦੇਸ਼ ਵਾਸਤੇ ਲੜਾਈ ਕੀਤੀ ਤਾਂ ਉਹਨਾਂ ਨੇ ਵੀ ਉਗਰਵਾਦੀ ਕਿਹਾ ਕਿ ਅਗਰ ਇਹਨਾਂ ਦੇ ਹੱਕ ਵਿੱਚ ਇਹਨਾਂ ਕੋਈ ਨਾ ਕੋਈ ਬੰਦਾ ਲੜ ਪਿਆ ਤੁਸੀਂ ਉਹਨੂੰ ਉਗਰਵਾਦੀ ਕਹਿ ਦਿਓ। ਲੋਕ ਸਭਾ ਦੀ ਗੱਲ ਕਰੀਏ, ਰਾਜ ਸਭਾ ਦੀ ਗੱਲ ਕਰੀਏ, ਉਹਨਾਂ ਕੋਲ ਤਾਂ ਪੂਰੀਆਂ ਸੀਟਾਂ ਨੇ, ਪੂਰਾ ਉਹਨਾਂ ਕੋਲ ਬਹੁਮਤ ਹੈ। 2024 ਤੋਂ ਪਹਿਲਾਂ ਤਾਂ ਉਹ ਕਹਿੰਦੇ ਸੀ ਵੈਸੇ ਨਹੀਂ ਜਾਣਾ, ਜੋ ਮਰਜ਼ੀ ਕਰ ਲਈਏ। ਬੜੇ ਬੜੇ ਰਾਵਣ ਵਰਗੇ ਨੂੰ ਗਿਰ ਗਏ ਤਾਂ ਤੁਸੀਂ ਤਾਂ ਕੁਛ ਨਹੀਂ। ਜਿੱਥੇ ਤੁਸੀਂ ਆਪਣੀ ਕਿਤਾਬਾਂ ਛਪਾਉਣਾ ਚਾਹੁੰਦੇ ਸੀ ਮੇਰਾ ਚੰਗਾ ਨਾਮ ਇਹ ਹੋਵੇ, ਤੁਹਾਡੇ ਕੋਈ ਦੀਵਾ ਬਾਲਣ ਵਾਲਾ ਲੱਗਿਆ ਹੋਵੇ। ਸਕਾਈ ਨਿਊਜ਼ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਗੱਲ ਕਰ ਰਹੇ ਹਾਂ ਕਿਸਾਨਾਂ ਦੇ ਸੰਘਰਸ਼ ਦੀ, ਔਰ ਕਿਸਾਨਾਂ ਦਾ ਸੰਘਰਸ਼ ਜਿਸ ਤਰੀਕੇ ਨਾਲ ਅੱਜ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ ਔਰ ਮੋਦੀ ਸਰਕਾਰ ਲਗਾਤਾਰ ਤਰੀਕਾਂ ਤੋਂ ਬਾਅਦ ਤਰੀਕਾਂ ਦੇ ਰਹੀ ਹੈ, ਪਰ ਹੱਲ ਕੁਝ ਵੀ ਨਹੀਂ ਨਿਕਲ ਰਿਹਾ। ਭਾਵੇਂ ਕਿਸਾਨਾਂ ਦੇ ਵਿੱਚ ਨਮੋਸ਼ੀ ਹੈ, ਪਰ ਜੋਸ਼ ਲਗਾਤਾਰ ਬਣਿਆ ਹੋਇਆ ਹੈ, ਲਗਾਤਾਰ ਬਰਕਰਾਰ ਹੈ। ਅੱਜ ਸਾਡੇ ਨਾਲ ਨੇ ਮਹੰਤ ਚੰਡੀਦਾਸ ਜੀ, ਜਿਨ੍ਹਾਂ ਨੇ ਲਗਾਤਾਰ ਕਿਸਾਨਾਂ ਦੇ ਸੰਘਰਸ਼ ਲਈ, ਕਿਸਾਨਾਂ ਦੀ ਜਿੱਤ ਲਈ 9 ਦਿਨਾਂ ਦਾ ਲਗਾਤਾਰ ਵਰਤ ਰੱਖਿਆ ਹੈ। ਸਭ ਤੋਂ ਪਹਿਲਾਂ ਮਹੰਤ ਚੰਡੀਦਾਸ ਜੀ, ਬਹੁਤ-ਬਹੁਤ ਸਵਾਗਤ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ। ਮਹਾਰਾਜ ਜੀ, ਤੁਸੀਂ 9 ਦਿਨ ਦਾ ਵਰਤ ਰੱਖਿਆ ਇਸ ਦੇ ਲਈ ਕਿ ਆਖਿਰਕਾਰ ਜਿਹੜੇ ਕਿਸਾਨ ਨੇ ਕਾਮਯਾਬ ਹੋਣ, ਜਿਹੜੇ ਕਿਸਾਨਾਂ ਦੇ ਵਿਰੁੱਧ ਕਾਨੂੰਨ ਬਣੇ ਨੇ ਉਹ ਰੱਦ ਹੋਣ। ਪਰ ਇੱਕ ਗੱਲ ਮੈਂ ਜਾਣਨਾ ਚਾਹੁੰਦਾ ਕਿ ਜਿਵੇਂ ਲਗਾਤਾਰ 1 ਮਹੀਨੇ ਤੋਂ ਉੱਤੇ ਹੋ ਗਿਆ ਕਿਸਾਨਾਂ ਦੇ ਸੰਘਰਸ਼ ਨੂੰ, ਹਿੰਦੂ ਸਾਧੂ ਸੰਤ ਸਾਹਮਣੇ ਕਿਉਂ ਨਹੀਂ ਆ ਰਹੇ? ਦੇਖੋ, ਇਹ ਕਾਲੀਯੁਗ ਦਾ ਪਹਿਰਾ ਸ਼ੁਰੂ ਹੋ ਗਿਆ। ਕਾਲੀਯੁਗ ਦੇ ਪਹਿਰੇ ਨਾਲ ਹਰ ਬੰਦੇ ਨੂੰ ਲਾਲਚ ਹੋ ਗਿਆ, ਡਰ ਪੈ ਗਿਆ। ਤੇ ਸਾਰੇ ਇਹੋ ਜਿਹੇ ਤਾਂ ਨਹੀਂ ਹੈਗੇ ਵਿੱਚ ਸਾਧ ਸੰਤ ਜੋ ਵੀ ਪੰਡਤ ਹੈਗੇ ਉਹ ਮੋਦੀ ਤੋਂ ਡਰੇ ਪਏ ਹੈ। ਇਸ ਕਰਕੇ ਸਭ ਤੋਂ ਪਹਿਲਾਂ ਕੋਈ ਨਾ ਕੋਈ ਪੰਡਤ ਜਾਂ ਕੋਈ ਨਾ ਕੋਈ ਜੋ ਵੀ ਸੰਤ ਮਹਾਤਮਾ ਆਪਣੀ ਪੂਜਾ ਪਾਠ ਕਰਕੇ ਉਹ ਕੁਛ ਨਾ ਕੁਛ ਕਰ ਰਿਹਾ ਹੋ, ਲੇਕਿਨ ਉਹ ਨਿਕਲੇ ਹੁਣ ਜ਼ਰੂਰ। ਮਹਾਤਮਾ ਜੀ, ਡਰ ਕਾਹਦਾ ਹੈ? ਮੈਨੂੰ ਗੱਲ ਨਹੀਂ ਸਮਝ ਆਈ। ਤੁਸੀਂ ਕਹਿ ਰਹੇ ਹੋ ਕਿ ਕੁਝ ਲੋਕ ਡਰ ਗਏ ਨੇ, ਡਰ ਕਾਹਦਾ ਹੈ? ਇਹ ਜਿਹੜੀ ਮੋਦੀ ਪਾਰਟੀ ਹੈ ਇਹਨਾਂ ਨੇ ਹਰੇਕ ਬੰਦੇ ਨੂੰ ਡਰਾ ਕੇ ਰੱਖਤਾ ਜੀ। ਇਹਨਾਂ ਨੇ ਇੱਕ ਰਾਜ ਨਹੀਂ ਕੀਤਾ, ਇੱਕ ਬਦਮਾਸ਼ੀ ਕੀਤੀ ਹੈ ਜੀ। ਹਰੇਕ ਬੰਦੇ ਉੱਪਰ ਕੋਈ ਧਮਕਾਤਾ ਕਿ ਕੇਸ ਪਾ ਦਾਂਗੇ, ਆਹ ਕਰ ਦਾਂਗੇ, ਜੋ ਵੀ ਤੁਸੀਂ ਲਾ ਸਕਦੇ ਹੋ। ਹਰ ਬੰਦਾ ਡਰਿਆ ਪਿਆ, ਲੇਕਿਨ ਹੁਣ ਹੌਲੀ ਹੌਲੀ ਹਰ ਇਨਸਾਨ ਆਪਣੇ ਘਰੋਂ ਨਹੀਂ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਸਿੱਧੇ ਤੌਰ ਤੇ ਕਿ ਜਿੰਨੇ ਵੀ ਸੰਤ ਮਹਾਤਮਾ ਅਜੇ ਤੱਕ ਅੰਦਰ ਗਏ ਨੇ, ਜਿਨ੍ਹਾਂ ਉੱਤੇ ਮੁਕੱਦਮੇ ਦਰਜ ਹੋਏ ਨੇ, ਗਲਤ ਦਰਜ ਹੋਏ ਨੇ? ਹਾਂਜੀ, ਬਹੁਤ ਬੰਦਿਆਂ ਦੇ ਉੱਪਰ ਮੁਕੱਦਮੇ ਦਰਜ ਵੀ ਹੋਇਆ ਤੇ ਇਹਨਾਂ ਨੇ ਉਹਨਾਂ ਨੂੰ ਠੰਡਾ ਪਾਤਾ। ਨਹੀਂ ਦੇਖੋ, ਮੈਂ ਇੱਕ ਗੱਲ ਪੁੱਛਣਾ ਚਾਹਾਂਗਾ ਮਹਾਰਾਜ ਜੀ, ਦੇਸ਼ ਦੇ ਵਿੱਚ ਬਹੁਤ ਬੜੇ ਸੰਤ ਜਿਨ੍ਹਾਂ ਦੇ ਨਾਲ ਕਰੋੜਾਂ ਫਾਲੋਅਰ ਜੁੜੇ ਹੋਏ ਸੀ, ਸੰਤ ਆਸਾਰਾਮ ਬਾਪੂ, ਉਹਨਾਂ ਉੱਤੇ FIR ਦਰਜ ਹੋਈ, ਉਹਨਾਂ ਦੇ ਬੇਟੇ ਨੂੰ ਵੀ ਨਾਲ ਦੀ ਨਾਲ ਅੰਦਰ ਕੀਤਾ ਗਿਆ, ਨਾਰਾਇਣ ਸਾਈਂ ਨੂੰ, ਉਹਨਾਂ ਉੱਤੇ ਮੁਕੱਦਮਾ ਦਰਜ ਹੋਇਆ। ਤੁਸੀਂ ਇਹ ਕਹਿਣਾ ਚਾਹੁੰਦੇ ਹੋ ਸਿੱਧੇ ਤੌਰ ਤੇ ਕਿ ਮੁਕੱਦਮਾ ਗਲਤ ਦਰਜ ਹੋਇਆ ਸੀ? ਬਿਲਕੁਲ। ਇਹ ਜੇ ਦੇਖਦੇ ਕਿ ਜਿਹੜੀ ਸਪੋਰਟ ਉੱਚੀ ਹੋ ਜਾਂਦੀ ਹੈ ਕੱਲ੍ਹ ਨੂੰ ਉੱਚਾ ਨਾ ਹੋ ਸਕੇ, ਇਹ ਸਰਕਾਰ ਹਮੇਸ਼ਾ ਸ਼ੁਰੂ ਤੋਂ ਦੱਬਦੀ ਆਈ ਹੈ। ਇਸ ਕਰਕੇ ਮੋਦੀ ਸਰਕਾਰ ਨੇ ਇਹ ਦੇਖਿਆ ਕਿ ਮੇਰਾ ਝੰਡਾ ਉੱਚਾ ਰਹੇ, ਬਾਕੀ ਮੇਰੇ ਸਾਰੇ ਨੀਚੇ ਰਹੇ।
ਤਾਂ ਮਹਾਤਮਾ ਜੀ ਦੇਖੋ, ਜਿਸ ਤਰੀਕੇ ਨਾਲ ਤੁਸੀਂ ਸਿੱਧਾ ਆਰੋਪ ਸਕਾਈ ਨਿਊਜ਼ ਪੰਜਾਬ ਦੇ ਉੱਤੇ ਮਹੰਤ ਚੰਡੀਦਾਸ ਜੀ ਦਾ ਸਿੱਧਾ ਮੋਦੀ ਸਰਕਾਰ ਦੇ ਉੱਤੇ ਆਰੋਪ ਹੈ ਕਿ ਸੰਤ ਆਸਾਰਾਮ ਬਾਪੂ ਤੇ ਉਹਨਾਂ ਦੇ ਬੇਟੇ ਨਾਰਾਇਣ ਸਾਈਂ ਦੇ ਉੱਤੇ ਜਿਹੜਾ ਪਰਚਾ ਦਰਜ ਹੋਇਆ ਹੈ, ਉਹ ਝੂਠਾ ਦਰਜ ਹੋਇਆ ਹੈ। ਮਹਾਰਾਜ ਜੀ, ਉਸ ਤੋਂ ਇਲਾਵਾ ਕਈ ਹੋਰ ਸਾਧੂ ਸੰਤ ਸੀਗੇ, ਉਹਨਾਂ ਦੇ ਉੱਤੇ ਵੀ ਜਿਹੜੇ ਕੋਈ FIR ਹੋਈ ਹੈ, ਐਦਾਂ ਦੀ ਹੋਰ ਜਿਹੜੇ ਮੁਕੱਦਮੇ ਦਰਜ ਹੋਏ ਨੇ, ਉਹਨਾਂ ਨੂੰ ਤੁਸੀਂ ਸਿੱਧੇ ਤੌਰ 'ਤੇ ਝੂਠਾ ਕਹਿ ਰਹੇ ਹੋ, ਰਾਜਨੀਤਿਕ ਕਹਿ ਰਹੇ ਹੋ, ਇਹ ਕਹਿ ਲਈਏ? ਬਿਲਕੁਲ ਬਿਲਕੁਲ, ਇਹ ਰਾਜਨੀਤੀਆਂ ਹੈਗੀਆਂ। ਤੁਸੀਂ ਦੇਖੋ ਅੱਜ ਜਿਹੜਾ ਇਹਨਾਂ ਦੇ ਹੱਕ 'ਚ ਹੈ ਜੀ, ਬਾਬਾ ਰਾਮਦਾਸ, ਬਾਬਾ ਰਾਮਦੇਵ ਜੀ, ਹਾਂ, ਅੱਜ ਤੁਸੀਂ ਦੇਖੋ ਮੋਜਾ ਲੁੱਟ ਰਿਹਾ ਜੀ, ਕੀਰੀ ਸ਼ਹਿਰ ਤੇ ਲੁੱਟ ਰਿਹਾ ਜੀ। ਉਹ ਸਿਰਫ ਇਹ ਮੋਦੀ ਪਾਰਟੀ ਕਰਕੇ ਹੀ ਉਹਦੇ ਹੱਕ 'ਚ ਹੈ, ਇਸ ਕਰਕੇ ਮੋਜਾ ਲੁੱਟ ਰਿਹਾ, ਉਹਦੀ ਜੈ ਜੈਕਾਰ ਕਰ ਰਿਹਾ। ਜਿਹੜੇ ਇਹਨਾਂ ਦੇ ਥੋੜਾ ਜਿਹਾ ਥੱਲੇ ਸੀ ਉਹਨਾਂ ਨੂੰ ਇਹਨਾਂ ਨੇ ਜੇਲ੍ਹਾਂ 'ਚ ਘੇਰਤਾ। ਅਸੀਂ ਗੱਲ ਕਰੀਏ ਬਾਬਾ ਰਾਮਪਾਲ ਦੀ, ਅਸੀਂ ਗੱਲ ਕਰੀਏ ਬਾਬਾ ਰਾਮ ਰਹੀਮ ਦੀ, ਇਹਨਾਂ ਉੱਤੇ ਵੀ ਲਗਾਤਾਰ ਮੋਦੀ ਸਰਕਾਰ ਦੇ ਟਾਈਮ ਪਰਚੇ ਦਰਜ ਹੋਏ ਔਰ ਅੱਜ ਲੰਬੀ ਤਾਦਾਦ ਦੇ ਵਿੱਚ ਇਹ ਕਹਿ ਲਓ ਕਿ ਕਈ ਸੰਤ ਮਹਾਤਮਾ ਲਗਾਤਾਰ ਵੱਖ-ਵੱਖ ਦੋਸ਼ਾਂ ਦੇ ਅਧੀਨ ਜੇਲ੍ਹਾਂ ਦੇ ਵਿੱਚ ਬੈਠੇ ਨੇ। ਬਿਲਕੁਲ ਜੀ, ਬਿਲਕੁਲ। ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ, ਜਿਹੜਾ ਇਹਦੇ ਪੱਖ ਦੀ ਗੱਲ ਕਰੂਗਾ, ਤੁਸੀਂ ਦੇਖੋ ਰਾਮ ਮੰਦਿਰ ਸੀ, ਰਾਮ ਮੰਦਿਰ ਤੋਂ ਪਹਿਲਾਂ ਇਹਨਾਂ ਨੇ ਬਹੁਤ ਛਲ ਕਪਟ ਕੀਤਾ ਜੀ। ਔਰ ਰਾਮ ਮੰਦਿਰ ਜਦ ਤੱਕ ਇਹਨਾਂ ਨੂੰ ਇਹ ਸੀ ਕਿ ਸਾਡੀ ਸਰਕਾਰ ਆਏਗੀ ਤਦ ਅਸੀਂ ਆਪਣਾ ਨਾਮ ਉੱਚਾ ਕਰਾਂਗੇ। ਇਹਨਾਂ ਨੇ ਕਿਸੇ ਸਾਧ ਸੰਤ ਦੀ ਨਹੀਂ ਚੱਲਣ ਦਿੱਤੀ, ਕਿਸੇ ਦੀ ਨਹੀਂ ਚੱਲਣ ਦਿੱਤੀ। ਤੁਸੀਂ ਦੇਖਿਆ ਹੋਗਾ ਪਹਿਲਾਂ ਸਾਧ ਸੰਤ ਇਹਨਾਂ ਦੇ ਖਿਲਾਫ ਵੀ ਹੋਏ ਜੀ। ਤੇ ਲੇਕਿਨ ਮਹਾਰਾਜ ਜੀ, ਕਿਹੜਾ ਸੰਤ ਮਹਾਤਮਾ ਇਹਨਾਂ ਦੇ ਖਿਲਾਫ ਹੋਇਆ? ਜਿੰਨੇ ਵੀ ਸੰਤ ਮਹਾਤਮਾ ਨੇ, ਜਿਵੇਂ ਕਿ ਤੁਸੀਂ ਬਾਬਾ ਰਾਮਦੇਵ ਦੀ ਗੱਲ ਕੀਤੀ, ਉਹ ਉਹਨਾਂ ਦੇ ਹੱਕ 'ਚ ਚੱਲ ਰਹੇ ਨੇ ਤਾਂ ਉਹਨਾਂ ਦੀ ਜੈ ਜੈਕਾਰ ਹੋ ਰਹੀ ਹੈ। ਔਰ ਜੇ ਆਪਾਂ ਗੱਲ ਕਰੀਏ ਸੰਤ ਆਸਾਰਾਮ ਬਾਪੂ ਦੀ, ਸੰਤ ਬਾਬਾ ਰਾਮ ਰਹੀਮ ਦੀ, ਰਾਮਪਾਲ ਦੀ, ਇਹੋ ਜਿਹੇ ਕਈ ਜਿਹੜੇ ਸੰਤ ਨੇ ਜਿਨ੍ਹਾਂ ਦੇ ਨਾਲ ਲੱਖਾਂ ਕਰੋੜਾਂ ਫੋਲੋਅਰਸ ਜੁੜੇ ਹੋਏ ਸੀਗੇ, ਉਹ ਅੱਜ ਜੇਲ੍ਹਾਂ ਦੇ ਵਿੱਚ ਬੈਠੇ ਨੇ। ਹਾਂਜੀ, ਇਸੇ ਕਰਕੇ ਜੇਲ੍ਹਾਂ ਕਿਤੇ ਨਾ ਕਿਤੇ ਇਹਨਾਂ ਦੀ ਆਪਸ 'ਚ ਲਗਨ ਨਹੀਂ ਮਿਲਦੀ ਸੀ, ਆਪਸ 'ਚ ਇਹਨਾਂ ਸੁਭਾਅ ਇੱਕ ਦੂਜੇ ਨਾਲ ਨਹੀਂ ਮਿਲਦਾ ਸੀ। ਤਾਂ ਉਹਨੂੰ ਜਿਵੇਂ ਇਹਨਾਂ ਦੇ ਹੱਕ ਵਿੱਚ ਵੱਡੇ ਸਾਧ ਹੈਗੇ ਕੋਈ ਜਿਹੜੇ ਦਿਖਾਵਾ ਕੁਛ ਦਿਖਾਉਂਦੇ ਤੇ ਅੰਦਰੋਂ ਕੁਛ ਹੈ, ਉਹ ਸਾਧਾਂ ਨੇ ਇਹਨਾਂ ਨਾਲ ਮਿਲ ਕੇ ਜਿਹੜੇ ਉੱਚੇ ਉੱਠਦੇ ਉਹਨਾਂ ਨੂੰ ਹਮੇਸ਼ਾ ਇਹ ਪਾਰਟੀਬਾਜ਼ੀ ਮੰਗੋ, ਸਾਧ ਵੀ ਇੱਕ ਦੂਜੇ ਨੂੰ ਅੰਦਰ ਕਰਵਾ ਦਿੰਦੇ ਪਾਰਟੀ ਦਾ। ਮਹਾਤਮਾ ਜੀ, ਗੱਲ ਕਰੀਏ ਆਪਾਂ ਜੂਨਾ ਅਖਾੜਾ ਹੈ, ਉਸ ਤੋਂ ਇਲਾਵਾ ਪੰਚਾਇਤੀ ਅਖਾੜਾ ਹੈ, ਕਈ ਇਹੋ ਜਿਹੇ ਅਖਾੜੇ ਨੇ ਦੇਸ਼ ਭਰ ਦੇ ਵਿੱਚ, 13 ਪ੍ਰਮੁੱਖ ਅਖਾੜੇ ਨੇ, ਕਈ ਸ਼ੰਕਰਾਚਾਰੇ ਨੇ, ਜਗਤ ਗੁਰੂ ਨੇ, ਮਹਾਮੰਡਲੇਸ਼ਵਰ ਨੇ। ਇੰਨੀ ਬੜੀ ਅਸੀਂ ਤਾਦਾਦ ਕਹਿ ਲਈਏ ਕਿ ਦੇਸ਼ ਦਾ ਇੰਨਾ ਬੜਾ ਸੰਤ ਮਹਾਤਮਾ ਹੈ, ਪਰ ਕਿਸਾਨ ਸੰਘਰਸ਼ ਦੇ ਵਿੱਚ ਅਜੇ ਤੱਕ ਅਸੀਂ ਲਾਸਟ ਇੰਟਰਵਿਊ ਕੀਤੀ ਸੀ ਜੂਨਾ ਅਖਾੜਾ ਦੇ ਜਗਤ ਗੁਰੂ ਪੰਚਾਨੰਦ ਗਿਰੀ ਮਹਾਰਾਜ ਦੀ। ਉਹਨਾਂ ਨੇ ਸਿੱਧੇ ਤੌਰ ਤੇ ਇਹ ਗੱਲ ਤਾਂ ਕਹੀ ਕਿ ਮੈਂ ਕਿਸਾਨਾਂ ਦਾ ਬਿਲਕੁਲ ਹਮਾਇਤ ਕਰਦਾ, ਕਿਸਾਨਾਂ ਦਾ ਸੰਘਰਸ਼ ਬਿਲਕੁਲ ਸਹੀ ਸੰਘਰਸ਼ ਹੈ। ਪਰ ਪਿਛਲੇ ਦਿਨੀ ਰਾਕੇਸ਼ ਟਕੈਤ ਨੇ ਗੱਲ ਸਿੱਧੇ ਤੌਰ ਤੇ ਕਹੀ ਹੈ, ਮਹਿੰਦਰ ਸਿੰਘ ਟਕੈਤ ਦੇ ਬੇਟੇ ਨੇ, ਭਾਰਤ ਕਿਸਾਨ ਯੂਨੀਅਨ ਦੇ ਜਿਹੜੇ ਨੇਤਾ ਵੀ ਨੇ, ਕਿ ਹਜੇ ਤੱਕ ਵੀ ਕੋਈ ਪੰਡਤ, ਕੋਈ ਸਾਧੂ ਸੰਤ ਸਾਡੇ ਮੰਚ ਉੱਤੇ ਸਮਰਥਨ ਦੇਣ ਨਹੀਂ ਆਇਆ। ਆਖਿਰਕਾਰ ਕਿਉਂ? ਦੇਖੋ, ਇਸੀ ਕਰਕੇ ਹੈ ਮੈਂ ਸਾਧ ਸੰਤਾਂ ਨੂੰ, ਜਿਸ ਸਾਧ ਸੰਤ ਪਹਿਲਾਂ ਕਦੇ ਵੀ ਕੋਈ ਵਿਪਤਾ ਆਉਂਦੀ ਸੀ ਆਪਣੇ ਹਮਨ ਕਰਦੇ ਸੀ ਸਵਾਹ। ਅਗਰ ਕੋਈ ਮੀਡੀਆ ਦਾ ਬੰਦਾ ਵੀ ਮਰ ਗਿਆ, ਉਹਨੂੰ ਇਨਸਾਫ ਨਹੀਂ ਮਿਲਿਆ, ਉਹਦੇ ਵਾਸਤੇ ਵੀ ਸਵਾਹ ਕਰਨ ਲੱਗ ਜਾਂਦੇ ਹੈ। ਮੈਂ ਅੱਜ ਦੀ ਡੇਟ 'ਚ ਇਹੀ ਕਹਿੰਦਾ, ਜੋ ਵੀ ਪੰਡਤ, ਜੋ ਵੀ ਸਾਧ ਸੰਤ ਹੈ, ਉਹ ਦੱਬ ਕੇ ਪੂਜਾ ਪਾਠ ਕਰਨ। ਜੇ ਤੁਸੀਂ ਇੱਕ ਇਨਸਾਨ ਜਿਹੜਾ ਮੀਡੀਆ ਦਾ ਉਹਦੇ ਵਾਸਤੇ ਸਵਾਹ ਕਰਨ ਲੱਗਦੇ ਕਿ ਉਹਨੂੰ ਸਾਫ ਮਿਲੇ, ਜਿਹੜੇ ਧਰਤੀ ਦੇ ਕਣਕ ਉਗਾਉਂਦੇ ਹੈ, ਜਿਨ੍ਹਾਂ ਨੂੰ ਅੰਨਦਾਤਾ ਕਹਿੰਦੇ ਹੈ, ਜਿਹੜੇ ਤੁਹਾਨੂੰ ਆਪਣੀ ਖੇਤੀ 'ਚੋਂ ਸਭ ਤੋਂ ਪਹਿਲਾਂ ਕਣਕ ਕੱਢ ਕੇ ਦਿੰਦੇ ਆ, ਬਿਲਕੁਲ ਜੀ, ਕਣਕ ਕੱਢ ਕੇ ਦਿੰਦੇ ਆ, ਸਾਧ ਸੰਤ ਚਾਹੇ ਪੰਡਤ, ਤੁਸੀਂ ਅੱਜ ਉਹਨਾਂ ਦਾ ਪੱਖ ਨਹੀਂ ਕਰ ਰਹੇ। ਇਸ ਕਰਕੇ ਤੁਸੀਂ ਪੱਖ ਕਰੋਗੇ ਤਾਂ ਹੀ ਤੁਹਾਨੂੰ ਪਰਮਾਤਮਾ ਉੱਪਰ ਜਗ੍ਹਾ ਦੇਗਾ, ਨਹੀਂ ਤਾਂ ਮੋਦੀ ਮੰਗੋ ਤੁਹਾਨੂੰ ਵੀ ਨਰਕ 'ਚ ਘੇਰੇਗਾ। ਮਹਾਤਮਾ ਜੀ, ਕਿਸਾਨਾਂ ਦਾ ਅੱਜ ਸਭ ਤੋਂ ਵੱਡਾ ਦੁੱਖ ਇਹ ਹੈ, ਜਿਹੜੀ ਤੁਸੀਂ ਗੱਲ ਕਹੀ ਹੁਣੇ, ਕਿ ਜਦੋਂ ਕੋਈ ਕਿਸਾਨ, ਜਦੋਂ ਕੋਈ ਅੰਨਦਾਤਾ, ਜਦੋਂ ਕੋਈ ਫਸਲ ਬੀਜਦਾ, ਫਸਲ ਵੱਡੀ ਹੁੰਦੀ ਹੈ, ਸਭ ਤੋਂ ਪਹਿਲਾਂ ਉਹ ਆੜਤੀਏ ਨੂੰ ਜਾਂ ਮੰਡੀ ਦੇ ਵਿੱਚ ਕਣਕ ਦੇਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਉਹ ਬ੍ਰਾਹਮਣ ਦੇ ਨਾਮ ਨੂੰ, ਗੁਰਦੁਆਰੇ ਦੇ ਨਾਮ ਨੂੰ ਕਣਕ ਕੱਢਦਾ ਕਿ ਇਹ ਮੰਦਿਰ ਦੇ ਵਿੱਚ ਕਣਕ ਦਿਓ, ਇਹ ਗੁਰਦੁਆਰੇ ਦੇ ਵਿੱਚ ਕਣਕ ਦਿਓ, ਜਾਂ ਜਿਹੜਾ ਮੁਸਲਮਾਨ ਉਹ ਕਹਿੰਦਾ ਪਹਿਲਾਂ ਮਸਜਿਦ ਦੇ ਵਿੱਚ ਕਣਕ ਦਿਓ। ਪਰ ਉਹ ਜਿਹੜਾ ਕਿਸਾਨ ਹੈ ਅੱਜ ਸੜਕਾਂ ਦੇ ਉੱਤੇ ਬੈਠਾ ਹੈ, ਦੁਖੀ ਹੈ, ਠੰਡ ਦੇ ਵਿੱਚ ਠਿਠੁਰ ਰਿਹਾ ਹੈ, ਪਰ ਅਜੇ ਤੱਕ ਕੋਈ ਵੀ ਪੰਡਤ, ਕੋਈ ਵੀ ਬ੍ਰਾਹਮਣ, ਕੋਈ ਵੀ ਮੰਦਿਰ ਦਾ ਜਿਹੜਾ ਮਹਾਤਮਾ ਹੈ ਜਾਂ ਮਹੰਤ ਹੈ, ਖੁੱਲ੍ਹੇ ਤੌਰ ਦੇ ਉੱਤੇ ਕਿਸਾਨਾਂ ਦਾ ਅੰਦੋਲਨ ਦਾ ਸਾਥ ਨਹੀਂ ਦੇ ਰਿਹਾ। ਦੇਖੋ, ਸਭ ਤੋਂ ਪਹਿਲਾਂ ਮੈਂ ਆਪਣੀ ਗੱਲ ਕਰੂੰਗਾ ਜੀ। ਮੈਂ ਕਿਸਾਨਾਂ ਵਾਸਤੇ 2 ਵਾਰੀ ਇੰਟਰਵਿਊ ਦੇ ਚੁੱਕਿਆ
ਜੀ ਉਹਨਾਂ ਦੇ ਹੱਕ 'ਚ। ਲੇਕਿਨ ਮਹਾਰਾਜ ਜੀ ਗੱਲ ਇਹ ਹੈ ਕਿ ਅਜੇ ਤੱਕ ਵੀ ਤੁਸੀਂ ਦਿੱਲੀ ਸਿੰਘੂ ਬਾਰਡਰ ਦੀ ਗੱਲ ਕਰੀਏ ਅਸੀਂ, ਜਾਂ ਗਾਜ਼ੀਪੁਰ ਬਾਰਡਰ ਦੀ ਗੱਲ ਕਰੀਏ, ਟੀਕਰੀ ਬਾਰਡਰ ਤੇ ਗੱਲ ਕਰੀਏ, ਉੱਥੇ ਹਾਲੇ ਤੱਕ ਅਸੀਂ ਤੁਹਾਨੂੰ ਕਿਸੇ ਮੰਚ ਤੇ ਨਹੀਂ ਦੇਖਿਆ, ਜਾਂ ਹੋਰ ਕਿਸੇ ਵੱਡੇ ਪੰਡਤ ਦੀ ਗੱਲ ਕਰ ਰਹੇ ਹਾਂ ਅਸੀਂ, ਕਿਸੇ ਵੱਡੇ ਅਖਾੜੇ ਦੇ ਮਹੰਤ ਦੀ, ਜਗਤ ਗੁਰੂ ਦੀ, ਮਹਾਮੰਡਲੇਸ਼ਵਰ ਦੀ ਗੱਲ ਕਰ ਰਹੇ ਹਾਂ, ਅਜੇ ਤੱਕ ਕੋਈ ਵੀ ਮਹੰਤ ਮਹਾਮੰਡਲੇਸ਼ਵਰ ਉੱਥੇ ਨਹੀਂ ਪਹੁੰਚਿਆ। ਦੇਖੋ ਜਿਹੜੇ ਸਾਧ ਸੰਤ ਹੈ ਜੀ, ਉਹ ਤੁਹਾਡੇ ਵਧੀਆ ਚੈਨਲ ਤੇ ਆ ਕੇ ਉਹਨਾਂ ਦਾ ਕਿਸਾਨਾਂ ਬਾਰੇ ਸੁੱਖ ਦੁੱਖ ਸਾਂਝਾ ਕਰ ਸਕਦੇ ਆ, ਲੇਕਿਨ ਉਹ ਆਪਣੀ ਮਾਲਾ ਫੇਰ ਕੇ ਕਿ ਇਹਨਾਂ ਨੂੰ ਭਗਵਾਨ ਅੱਗੇ ਅਰਦਾਸ ਕਰ ਸਕਦੇ ਆ। ਐਸੇ ਨਲਾਇਕ ਮੋਦੀ ਨੂੰ ਕੁਛ ਸਮਝਦੇ ਤੇ ਕਿਸਾਨਾਂ ਨੂੰ ਆਪਣਾ ਹੱਕ ਦੇ ਕੁਛ ਮੀਡੀਆ ਵਾਲੇ, ਨੈਸ਼ਨਲ ਮੀਡੀਆ ਵਾਲੇ ਕੁਛ ਐਸੇ ਮੈंने ਦੇਖੇ ਹੈ ਜਿਹੜੇ ਮੋਦੀ ਦੇ ਕੋਲੋਂ ਪੈਸੇ ਲੈ ਕੇ ਆਪਣਾ ਮੀਡੀਆ ਚਮਕਾਉਣਾ ਚਾਹੁੰਦੇ ਹੈ, ਚਾਹੇ ਅੱਜ ਤੱਕ ਹੈ, ਚਾਹੇ GTV ਹੈ, ਚਾਹੇ ਹਿੰਦੂ। ਚਲੋ ਮਹਾਰਾਜ ਜੀ ਦੇਖੋ, ਅਸੀਂ ਇਸ ਗੱਲ ਨੂੰ ਬਿਲਕੁਲ ਨਹੀਂ ਕਹਾਂਗੇ ਵੀ ਤੁਸੀਂ ਕਿਸੇ ਚੈਨਲ ਦਾ ਸਿੱਧੇ ਤੌਰ ਤੇ ਨਾਮ ਲਓ, ਲੇਕਿਨ ਅਸੀਂ ਇੱਕ ਗੱਲ ਜ਼ਰੂਰ ਕਹਾਂਗੇ ਕਿ ਅੱਜ ਦੇਸ਼ ਦੇ ਵਿੱਚ ਜਿਹੜਾ ਮੀਡੀਆ ਦੋ ਭਾਗਾਂ ਦੇ ਵਿੱਚ ਵੰਡ ਗਿਆ। ਇੱਕ ਨੂੰ ਗੋਦੀ ਮੀਡੀਆ ਕਿਹਾ ਜਾਣ ਲੱਗ ਪਿਆ, ਇੱਕ ਨੂੰ ਕਿਸਾਨਾਂ ਦੇ ਹੱਕਾਂ ਦੇ ਚੈਨਲ ਕਿਹਾ ਜਾਣ ਲੱਗ ਪਿਆ। ਹਾਂ, ਮੈਂ ਜਿਹੜੇ ਗੋਦੀ ਜੋ ਵੀ ਤੁਸੀਂ ਕਹਿ ਰਹੇ ਹੋ ਗੋਦੀ ਮੀਡੀਆ, ਮੈਂ ਉਹਨਾਂ ਨੂੰ ਕਹਿਣਾ ਕਿ ਕੁਝ ਕਿਸਾਨ ਉਹਨਾਂ ਨੇ ਐਸੇ ਦਿਖਾਤੇ ਜਿਹੜੇ ਕਿਸਾਨਾਂ ਨੂੰ ਕਹਿੰਦੇ ਬਦਮਾਸ਼ ਹੈ, ਲੁੱਚੇ ਹੈ, ਇਹ ਪੀਜ਼ਾ ਖਾ ਰਿਹਾ, ਦਾਰੂ ਪੀ ਰਿਹਾ। ਮੈਂ ਉਹ ਕਿਸਾਨਾਂ ਨੂੰ ਕਹਿਣਾ ਚਾਹੁੰਦਾ ਤੁਸੀਂ ਥੋੜੇ ਜਿਹੇ ਪੈਸੇ ਵਾਸਤੇ ਆਪਣੀ ਆਤਮਾ ਨੂੰ ਖਰਾਬ ਨਾ ਕਰੋ, ਕਿਉਂਕਿ ਕੱਲ ਨੂੰ ਤੁਹਾਡੇ ਤੇ ਵੀ ਵਿਪਤਾ ਆ ਸਕਦੀ ਹੈ। ਅੱਜ ਕਿਸਾਨ दारू ਪੀ ਰਿਹਾ ਹੈ ਜਾਂ ਪੀਜ਼ਾ ਖਾ ਰਿਹਾ ਹੈ। ਨਹੀਂ ਮਹਾਰਾਜ ਜੀ ਦੇਖੋ, ਅਸੀਂ ਬਿਲਕੁਲ ਗਲਤ ਹੈ। ਅਸੀਂ ਖੁਦ ਉੱਥੇ ਲਗਾਤਾਰ ਕਵਰੇਜ ਕੀਤੀ ਹੈ, ਕਈ ਦਿਨ ਅਸੀਂ ਰਹੇ ਹਾਂ ਠੰਡਾਂ ਦੇ ਵਿੱਚ, ਉਹਨਾਂ ਦੇ ਠਿਠੁਰਦੀਆਂ ਰਾਤਾਂ ਦੇ ਵਿੱਚ ਅਸੀਂ ਨਾਲ ਰਹੇ ਹਾਂ। ਸਕਾਈ ਨਿਊਜ਼ ਪੰਜਾਬ, ਹਰਿਆਣਾ, ਹਿਮਾਚਲ ਲਗਾਤਾਰ ਕਵਰੇਜ ਦਿੰਦਾ ਰਿਹਾ, ਪਰ ਅਜੇ ਤੱਕ ਅਸੀਂ ਕਿਸੇ ਕਿਸਾਨ ਨੂੰ ਸ਼ਰਾਬ ਪੀਂਦੇ ਉੱਥੇ ਨਹੀਂ ਦੇਖਿਆ, ਅਸੀਂ ਕਿਸੇ ਨੂੰ ਉੱਥੇ ਮੀਟ ਖਾਂਦੇ ਨਹੀਂ ਦੇਖਿਆ। ਔਰ ਲਗਾਤਾਰ ਜਿਹੜਾ ਅੰਦੋਲਨ ਹੈ ਤੁਸੀਂ ਦੇਖੋ 1 ਮਹੀਨੇ ਤੋਂ ਉੱਪਰ ਹੋ ਗਿਆ ਔਰ ਇਹ ਸ਼ਾਂਤੀਮਈ ਅੰਦੋਲਨ ਚੱਲ ਰਿਹਾ ਹੈ। ਅਗਰ ਜਿੱਦਾਂ ਤੁਸੀਂ ਕਿਹਾ ਕਿ ਕੁਝ ਚੈਨਲ ਵਾਲੇ ਲਗਾਤਾਰ ਦਿਖਾ ਰਹੇ ਨੇ, ਹੋ ਸਕਦਾ ਕੋਈ ਖਬਰ ਕ੍ਰੀਏਟ ਕੀਤੀ ਹੋਵੇ, ਹੋ ਸਕਦਾ ਕਿਸਾਨ ਦੇ ਰੂਪ ਦੇ ਵਿੱਚ ਕੋਈ ਹੋਰ ਉੱਥੇ ਵੜ ਗਿਆ ਹੋਵੇ, ਉਹ ਕੋਈ ਸ਼ਰਾਬ ਪੀ ਰਿਹਾ ਹੋਵੇ, ਉਸ ਦੀ ਬਾਕਾਇਦਾ ਵੀਡੀਓ ਬਣਾ ਕੇ ਉਸ ਨੂੰ ਪਬਲਿਸ਼ ਕੀਤਾ ਗਿਆ ਹੋਵੇ। ਹਾਂਜੀ, ਬੇਰੂਪੀਏ ਇਹ ਜਿਹੜੀ ਸਰਕਾਰ ਹੈ ਇਹ ਆਪਣੇ ਹੀ ਬੰਦੇ ਬੇਰੂਪੀਏ ਬਣਾ ਕੇ ਅੰਦਰ ਛੋੜਦੇ, ਬਿਲਕੁਲ ਬਦਨਾਮ ਕਰਨ ਵਾਸਤੇ ਜੀ। ਔਰ ਕੁਝ ਕਿਸਾਨ ਜਿਹੜੇ ਮੀਡੀਆ ਵਾਲਿਆਂ ਨੇ ਗੱਡੀਆਂ ਤੇ ਬਹਿ ਕੇ ਗੋਹਾ ਦਿਖਾਤਾ ਜੀ, ਦੇਖੋ ਇਹ ਸੱਚੇ ਹੈ, ਇਹ ਸੱਚੇ, ਉਹ ਕਹਿੰਦੇ ਬਦਮਾਸ਼ ਹੈ, ਲੁੱਚੇ, ਮੈਂ ਆਪਣੀ ਅੱਖਾਂ ਨਾਲ ਦੇਖਿਆ ਮੀਡੀਆ ਤੇ। ਇਸੀ ਕਰਕੇ ਮੈਂ ਕਹਿੰਦਾ ਉਸ ਕਿਸਾਨਾਂ ਨੂੰ ਤੁਸੀਂ ਥੋੜੇ ਪੈਸੇ ਲਾ ਕੇ ਆਪਣੀ ਜ਼ਿੰਦਗੀ, ਆਪਣੀ ਆਤਮਾ ਨੂੰ ਭਾਰ ਨਾ ਪਾਓ, ਰੱਬ ਤੋਂ ਬਚੋ। ਮੋਦੀ ਚਾਹੇ ਕੋਈ ਵੀ ਸਰਕਾਰ ਵਾਲਾ ਆਉਂਦਾ 5 ਸਾਲ 10 ਸਾਲ ਰਹਿੰਦਾ ਹੈ, ਇਸ ਕਰਕੇ ਕੋਈ ਵੀ ਸਰਕਾਰ ਕਦੇ ਨਾ ਕਦੇ ਕੋਈ ਦੂਸਰੀ ਬਦਲਦੀ ਹੈ। ਤੁਸੀਂ ਇਹਦੇ ਮਗਰ ਨਾ ਲੱਗੋ, ਕਿਸਾਨਾਂ ਦੇ ਨਾਲ ਲੱਗੋ ਜਿਹੜੇ ਦਿਨ ਰਾਤ ਠੰਡ 'ਚ ਬੈਠੇ, ਜਿਨ੍ਹਾਂ ਦੇ ਗੁਰੂਆਂ ਨੇ ਸਿੱਧੀਆਂ ਦੇਤੀਆਂ, ਆਪਣੇ ਬੱਚੇ ਚਨਾਤੇ, ਔਰ ਸਾਰੀ ਦੁਨੀਆ ਵਾਸਤੇ ਸਾਰੀ ਦੁਨੀਆ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਦੇਤਾ। ਰਾਮ ਜੀ ਨੇ ਰਾਜਾ ਮੋਦੀ ਜਿਵੇਂ ਰਾਜ ਮੋਦੀ ਦਾ ਰਾਜ ਆਈ ਸੀ, ਰਾਮ ਜੀ ਦਾ ਵੀ ਰਾਜ ਸੀ। ਉਹਨੇ ਇੱਕ ਧੋਬੀ ਕਰਕੇ ਆਪਣੀ ਸੀਤਾ ਤਿਆਗ ਦੀ। ਔਰ ਮੈਂ ਇਸ ਮੋਦੀ ਨੂੰ ਕਹਿੰਦਾ ਵੀ ਤੂੰ ਕਿੱਥੇ ਭੁੱਲ ਭੁਲੇਖੇ 'ਚ ਵੜ ਗਿਆ, ਕਿਸੇ ਸੰਗਤ 'ਚ ਵੜ ਗਿਆ, ਤੇਰਾ ਨਾਮ ਹੁੰਦੇ ਅੱਜ ਨਾਮ ਤੇਰਾ ਗਿਰ ਰਿਹਾ। ਤੂੰ ਸੋਚ, ਅਗਰ ਤੂੰ ਸ੍ਰੀ ਪ੍ਰਭੂ ਰਾਮ ਇੱਕ ਧੋਬੀ ਵਾਸਤੇ ਆਪਣਾ ਤਿਆਗ, ਸੀਤਾ ਦਾ ਤਿਆਗ ਕਰ ਸਕਦੇ ਆ, ਕਿਆ ਤੂੰ ਥੋੜਾ ਜਿਹਾ ਆਪਣਾ ਅਕਲ ਬੁੱਧੀ ਸੁੱਧ ਕਰਕੇ ਹੱਥ ਜੋੜ ਕੇ ਤੂੰ ਗੁਰੂ ਤੇਗ ਬਹਾਦਰ ਜੀ ਦੇ ਘਰ ਗਿਆ, ਮੱਥਾ ਟੇਕਿਆ, ਉਹ ਤੂੰ ਪਖੰਡ ਖਤਮ ਕਰ ਦੇ। ਜੇ ਤੂੰ ਇਹੀ ਕਿਸਾਨਾਂ 'ਚ ਜਾਂਦਾ, ਰੱਬ ਤੇਰੀ ਬਿਲਕੁਲ ਉੱਥੇ ਬੇਨਤੀ ਕਰਕੇ ਕਹਿਤਾ ਤਾਂ ਲੋ ਜੀ, ਮੈਂ ਮਹਾਰਾਜ ਦੀ ਕਿਰਪਾ ਅੱਜ ਹੈਗੀ, ਲੋ ਮੈਂ ਤੁਹਾਨੂੰ ਸਾਰਿਆਂ ਦੇ ਤੁਹਾਡੇ ਹੱਕ ਦੀ ਗੱਲ ਕਰਤੀ। ਕਿਉਂਕਿ ਜਿਹੜਾ ਕੋਈ ਵੀ ਚਾਹੇ ਛੋਟੀ ਉਮਰ ਦਾ ਹੋਵੇ, ਜਿਹੜਾ ਗੱਦੀ ਤੇ ਬੈਠਾ ਉਹ ਵੱਡਾ ਹੀ ਹੁੰਦਾ ਹੈ। ਇਸ ਕਰਕੇ ਮੋਦੀ ਜੀ ਸਾਰੇ ਤੁਹਾਡੇ ਜਵਾਕਾਂ ਵਰਗੇ ਹੈ, ਔਰ ਜੋ ਤੁਹਾਡੇ ਬੱਚੇ ਹੈ, ਤੁਹਾਡੇ ਭੈਣ ਭਾਈ ਹੈ, ਉਹ ਠੰਡ 'ਚ ਬੈਠੇ, ਤੁਹਾਡੇ ਅੰਦਰ ਕੋਈ ਤੜਫਣ ਨਹੀਂ ਆਉਂਦੀ। ਤੁਹਾਨੂੰ ਉਦੋਂ ਚੰਗਾ ਸਮਝਿਆ ਤਾਂ ਤੁਸੀਂ ਆਪਣੀ ਮਾਂ ਵਾਸਤੇ ਰੋਏ, ਉਦੋਂ ਮੇਰੇ ਮਨ 'ਚ ਆਇਆ ਸ਼ਾਇਦ ਇਹ ਬੰਦਾ ਮਨ ਦਾ ਬੜਾ ਸੱਚਾ ਹੈ, ਪਰ ਹੁਣ ਤਾਂ ਤੇਰੀ ਸ਼ਕਲ ਦੇਖਣ ਨੂੰ ਦਿਲ ਨਹੀਂ ਕਰਦਾ। ਦੇਖੋ ਕਿੱਡੀ ਵੱਡੀ ਗੱਲ ਹੈ ਕਿ ਇੱਕ ਸੰਤ ਮਹਾਤਮਾ ਵੀ ਗੱਲ ਕਹਿ ਰਹੇ। ਮਹਾਰਾਜ ਜੀ ਇੱਕ ਗੱਲ ਮੈਂ ਜ਼ਰੂਰ ਪੁੱਛਣਾ ਚਾਹਾਂਗਾ, ਨਰਿੰਦਰ ਮੋਦੀ ਰਕਾਬਗੰਜ ਗੁਰਦੁਆਰਾ ਗਏ, ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਸਿੱਖਾਂ ਦੇ 9ਵੇਂ ਗੁਰੂ ਜਿਨ੍ਹਾਂ ਦੀ ਉੱਥੇ ਅੰਤਿਮ ਸੰਸਕਾਰ ਕੀਤਾ ਗਿਆ, ਔਰ ਉੱਥੇ ਜਾ ਕੇ ਵੀ ਨਰਿੰਦਰ ਮੋਦੀ ਕੀ ਕਰਦੇ ਰਹੇ? ਕੀ ਕਹਿੰਦੇ ਹੋ ਕਿ ਰਾਜਨੀਤੀ ਕਰਦੇ ਰਹੇ? ਬਿਲਕੁਲ। ਹੁਣ ਮੋਦੀ ਦਾ ਮਨ ਇੰਨਾ ਮੈਲਾ ਹੋ ਗਿਆ ਜੀ ਕਿ ਉਹਨੂੰ ਇਹ ਨਹੀਂ ਦਿਖਦਾ ਮੇਰਾ ਕੌਣ ਹੈ ਤੇ ਬਗਾਨਾ ਕੌਣ ਹੈ। ਉਹਨੂੰ ਸਿਰਫ ਜਿਹੜੇ, ਮੈਨੂੰ ਇਹ ਵੀ ਪਤਾ ਹੈ ਮੋਦੀ ਜੀ, ਮੈਨੂੰ ਇਹ ਵੀ ਪਤਾ ਹੈ ਤੁਸੀਂ ਕਿਸੇ ਨਾ ਕਿਤੇ ਫਸੇ ਹੋਏ ਹੋ ਜੀ। ਨਹੀਂ, ਕਿੱਥੇ ਫਸੇ ਹੋਏ ਨੇ ਜੀ? ਕਿੱਥੇ ਫਸੇ ਹੋਏ ਨੇ? ਕੀ ਕਹਿਣਾ ਚਾਹੁੰਦੇ ਹੋ? ਸਿੱਧੇ ਤੌਰ ਤੇ ਅਸੀਂ ਜਾਣਨਾ ਚਾਹੁੰਦੇ ਹਾਂ। ਦੇਸ਼ ਦਾ ਮੀਡੀਆ
ਖਾਸ ਤੌਰ ਤੇ ਸਕਾਈ ਨਿਊਜ਼ ਪੰਜਾਬ ਹਰਿਆਣਾ ਹਿਮਾਚਲ ਦੀ ਗੱਲ ਕਰੀਏ, ਪੂਰਾ ਵਿਸ਼ਵ ਪੂਰਾ ਸੰਸਾਰ ਸਾਨੂੰ ਵੱਖ-ਵੱਖ ਮਾਰਫਤ ਰਾਹੀਂ ਟੀਵੀ ਦੇ ਮਾਰਫਤ ਰਾਹੀਂ ਗੱਲ ਕਰੀਏ, ਸੋਸ਼ਲ ਮੀਡੀਆ ਦੇ ਮਾਰਫਤ ਰਾਹੀਂ ਦੇਖ ਰਿਹਾ, ਤੁਹਾਨੂੰ ਸੁਣ ਰਿਹਾ, ਤੁਹਾਨੂੰ ਦੇਖ ਰਿਹਾ, ਸਿੱਧੇ ਤੌਰ ਤੇ ਕੀ ਕਹਿਣਾ ਚਾਹੁੰਦੇ ਹੋ? ਮੈਂ ਸਿੱਧੀ ਤੌਰ ਤੇ ਇਹ ਕਹਿਣਾ ਚਾਹੁੰਦਾ, ਦੇਖੋ ਜਦ ਵੀ ਕਦੀ ਕਿਸੇ ਦੀ ਖਬਰ ਉੱਡਦੀ ਹੈ ਜੀ, ਉਹ ਝੂਠੀ ਨਹੀਂ ਹੁੰਦੀ, ਉਸ ਨਾਲ ਕੁਛ ਸੱਚਾਈ ਜ਼ਰੂਰ ਹੁੰਦੀ ਹੈ। ਔਰ ਜਿਨ੍ਹਾਂ ਦਾ ਲੋਕ ਨਾਮ ਲੈਂਦੇ ਏਡੀ ਇੰਡਸਟਰੀਆਂ ਬਣਾ ਲਈਆਂ, ਜਹਾਜ਼ ਵਾਲੇ ਸਾਰਾ ਕੁਝ ਆਪਣੇ ਕਬਜ਼ੇ ਕਰ ਲਿਆ, ਹਜੇ ਉਹਨਾਂ ਵਾਸਤੇ ਸਬੂਤ ਨਹੀਂ ਹੈਗਾ, ਪਰ ਸਬੂਤ ਜ਼ਰੂਰ ਲੱਭ ਜਾਏਗਾ। ਮੋਦੀ ਉਹਨਾਂ ਦੇ ਹੱਥ ਕੰਡੇ 'ਚ ਫਸਿਆ ਹੋਇਆ ਹੈ, ਔਰ ਕੋਈ ਨਾ ਕੋਈ ਇਸ ਤੋਂ ਗਲਤੀ ਐਸੀ ਹੋਈ ਪਈ ਹੈ, ਜਾਂ ਕੋਈ ਨਾ ਕੋਈ ਇਸ ਦੀ ਕੋਈ ਪੁਰਾਣੀ ਜਵਾਨੀ ਦੀ ਫੋਟੋ ਕੁਛ ਹੋ ਸਕਦੀਆਂ ਜਿਹੜੀਆਂ ਇਹ ਨੂੰ ਕਾਬੂ ਕੀਤਾ ਹੋਇਆ ਹੈ। ਇਸ ਕਰਕੇ ਇਹ ਦੋ ਪਾਸੇ ਦਾ ਮਨ ਹੋ ਗਿਆ, ਨਿਕਲਣਾ ਉਲਝਣਾ, ਇਹਨੂੰ ਬਹੁਤ ਉਲਝ ਗਿਆ, ਹੁਣ ਨਿਕਲਣਾ ਬਹੁਤ ਔਖਾ ਹੈ। ਉਹ ਮੈਨੂੰ ਪਤਾ ਹੈ ਕਿ ਅਗਰ ਤੁਸੀਂ ਸੱਚਾ ਮਨ ਕਰੋਗੇ ਤਾਂ ਆਪਣੀ ਦੁਨੀਆ ਦੇ ਨਾਲ ਹੋ ਜਾਓਗੇ, ਜੇ ਦੁਨੀਆ ਨਾਲ ਹੋਵੋਗੇ ਤਾਂ ਤੁਹਾਡਾ ਬਹੁਤ ਫਾਇਦਾ ਹੋਊਗਾ। ਆਉਣ ਵਾਲੇ ਜਦ ਇਲੈਕਸ਼ਨ ਹੋਏਗਾ ਤੁਸੀਂ ਫਿਰ ਵੀ ਜਿੱਤ ਸਕਦੇ ਹੋ। ਹਜੇ ਵੀ ਆਪਣੇ ਮਹਾਰਾਜ ਜੀ ਨਹੀਂ, ਮਹਾਰਾਜ ਜੀ ਮੈਂ ਜਾਣਨਾ ਚਾਹੁੰਦਾ ਸਿੱਧੇ ਤੌਰ ਤੇ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਕਿ ਜਵਾਨੀ ਦੀਆਂ ਫੋਟੋਆਂ ਕੀ ਨਰਿੰਦਰ ਮੋਦੀ ਨੂੰ ਕੋਈ ਵਿਅਕਤੀ ਜਾਂ ਕੋਈ ਸੰਸਥਾ ਜਾਂ ਕੁਝ ਲੋਕ ਬਲੈਕਮੇਲ ਕਰ ਰਹੇ, ਇਹ ਕਹਿਣਾ ਚਾਹੁੰਦੇ ਹੋ ਸਿੱਧੇ ਤੌਰ ਤੇ? ਇਹ ਮਹਾਰਾਜ ਜੀ ਇੱਕ ਬਹੁਤ ਵੱਡਾ ਇਲਜ਼ਾਮ ਤੁਸੀਂ ਲਗਾ ਰਹੇ ਹੋ। ਬਿਲਕੁਲ ਇਹ ਇਲਜ਼ਾਮ ਬਿਲਕੁਲ ਸੱਚ ਹੈ ਜੀ। ਨਹੀਂ ਤਾਂ ਜਿਵੇਂ ਇੱਕ ਗਰੀਬ ਘਰ ਤੋਂ ਜੀ ਪੈਦਾ ਹੋਇਆ ਸੀ ਤੇ ਅੱਜ 35 ਦਿਨ ਹੋ ਗਏ ਜਿਹੜੇ ਦਿਨ ਰਾਤ ਧੁੰਦ 'ਚ ਬੈਠੇ ਆ ਜੀ, ਔਰ ਕਿਉਂ ਬੈਠੇ ਆ? ਉਹ ਵੀ ਆਪਣੇ ਢਿੱਡ ਦੇ ਹੱਕ ਵਾਸਤੇ ਬੈਠੇ ਆ, ਬਿਲਕੁਲ, ਕਿ ਸਾਨੂੰ ਕੁਝ ਪ੍ਰਾਪਤ ਹੋਵੇ। ਉਹ ਅਕਲ ਬੁੱਧੀ ਵਾਲਾ ਕਲੇ ਮੋਦੀ ਜੀ ਤੁਸੀਂ ਨਹੀਂ ਹੈਗੇ, ਅਮਰਤ ਸਿੰਘ ਨਹੀਂ ਹੈ, ਇੱਕ ਅਮਰਤ ਨਹੀਂ ਹੈਗਾ। ਇਹ ਕਿਸਾਨਾਂ ਵਿੱਚ ਕੋਈ ਵਕੀਲ ਡਾਕਟਰ ਆਪਣੀ ਨੌਕਰੀਆਂ ਛੋੜ ਕੇ ਆ ਰਹੇ ਹੋ ਬੈਠੇ ਆ, ਉਹਨਾਂ ਕੋਲ ਵੀ ਅਕਲ ਬੁੱਧੀ ਹੈ ਕਿ ਇਹ ਤੁਹਾਡਾ ਕਾਨੂੰਨ ਗਲਤ ਹੈ, ਜਿਸ ਕਰਕੇ ਤੁਸੀਂ ਉਹਨੂੰ ਮੰਨ ਲਓ। ਮਹਾਰਾਜ ਜੀ ਹੁਣ ਤਾਂ ਦੇਸ਼ ਦੇ ਜਿਹੜੇ ਖੇਤੀਬਾੜੀ ਮੰਤਰੀ ਨੇ, ਰੇਲ ਮੰਤਰੀ ਨੇ, ਹੁਣ ਤਾਂ ਉਹ ਵੀ ਕਹਿੰਦੇ ਨੇ ਕਿ ਇਸ ਦੇ ਵਿੱਚ ਸਾਨੂੰ ਕਿਤੇ ਨਾ ਕਿਤੇ ਇਹ ਕਹਿ ਲਓ ਕਿ ਬਦਲਾਅ ਦੀ ਲੋੜ ਹੈ, ਇਸ ਦੇ ਵਿੱਚ ਸੁਧਾਰ ਦੀ ਲੋੜ ਹੈ। ਬਿਲਕੁਲ। ਕੁਛ ਮੋਦੀ ਜੀ ਨੂੰ ਮੈਂ ਇਹ ਵੀ ਮੋਦੀ ਬਾਰੇ ਇਹ ਵੀ ਕਹਿਣਾ ਚਾਹੁੰਦਾ ਹੈ ਕਿ ਮੋਦੀ ਦਾ ਇੱਕ ਐਸਾ ਪ੍ਰਭਾਵ ਪੈ ਗਿਆ, ਅਗਰ ਉਹਦੀ ਪਾਰਟੀ 'ਚ ਕੁਛ ਬੰਦੇ ਹੈ ਅੰਦਰੋਂ ਬਹੁਤ ਤੜਫ ਰਹੇ ਜੀ, ਲੇਕਿਨ ਉਹ ਬੋਲ ਨਹੀਂ ਪਾ ਰਹੇ। ਪਰ ਜੇ ਮੋਦੀ ਨੇ ਇਹ ਨਾ ਕੀਤਾ ਤਾਂ ਇਹਦੀ ਮੋਦੀ ਕਰਕੇ ਪਾਰਟੀ ਚੱਲਦੀ ਰਹੀ, ਸਾਰੀ ਬੀਜੇਪੀ ਨਸ਼ਟ ਹੋ ਜਾਊਗੀ। ਮਹਾਰਾਜ ਜੀ ਮੈਨੂੰ ਇੱਕ ਗੱਲ ਦੱਸੋ, ਤੁਸੀਂ ਬਹੁਤ ਅੱਛੇ ਭਵਿੱਖਵਕਤਾ ਵੀ ਹੋ, ਭਵਿੱਖਬਾਣੀਆਂ ਕਰਦੇ ਹੋ, ਔਰ ਤੁਹਾਡੀਆਂ ਭਵਿੱਖਬਾਣੀਆਂ ਅੱਜ ਤੱਕ ਤੁਸੀਂ ਜਿੰਨੇ ਵੱਡੀਆਂ ਭਵਿੱਖਬਾਣੀਆਂ ਕੀਤੀਆਂ ਉਹ ਵੀ ਤੁਹਾਡੀਆਂ ਭਵਿੱਖਬਾਣੀਆਂ ਸੱਚ ਹੋਈਆਂ। ਮਹਾਰਾਜ ਜੀ ਜਿਹੜਾ ਕੇਂਦਰ ਦੇ ਵੱਲੋਂ ਬਣਾਇਆ ਗਿਆ ਖੇਤੀਬਾੜੀ ਕਾਨੂੰਨ ਹੈ, ਕੀ ਤੁਹਾਡੀ ਭਵਿੱਖਬਾਣੀ ਦੇ ਮੁਤਾਬਕ ਇਹ ਰੱਦ ਹੋਏਗਾ? ਦੇਖੋ ਮੋਦੀ ਜੀ ਨੂੰ ਮੈਂ ਇਹੀ ਕਹਿਣਾ ਚਾਹੁੰਦਾ, ਅੱਜ ਤਾਂ ਤੁਸੀਂ ਹੱਥ ਜੋੜ ਕੇ ਬੇਨਤੀ ਕਰ ਦੋਗੇ ਕਿਸਾਨ ਦੇ ਅੰਦਰ ਤਾਂ ਤੁਹਾਡੀ ਜੈ ਜੈਕਾਰ ਹੋ ਜੂਗੀ, ਨਹੀਂ ਤਾਂ ਮੈਂ ਉਹ ਪੁਲਿਸ ਵਾਲੇ ਕਿਸਾਨ ਜਿਹੜੇ ਜੱਟਾਂ ਦੇ ਮੁੰਡੇ ਹੈ, ਜਿਹੜੇ ਕਿਸਾਨਾਂ ਦੇ ਬੱਚੇ ਹੈ, ਉਹ ਵੀ ਭਰਤੀ ਹੋਏ ਪਏ ਹੈ। ਆਉਣ ਵਾਲਾ ਵਕਤ ਇਹ ਨਾ ਆਵੇ ਕਿ ਤੁਹਾਡੇ ਸਾਰੀ ਦੁਨੀਆ ਖਿਲਾਫ ਹੋ ਜੇ। ਪਰ ਮੈਨੂੰ ਹੁਣ ਇਹ ਪੱਕਾ ਹੈ, ਹਰ ਪੰਡਤ ਹਰ ਸੰਤ ਮਹਾਤਮਾ ਬੋਲਣਾ ਸ਼ੁਰੂ ਹੋਏਗਾ, ਇੱਕ ਇੱਕ ਘਰ ਤੋਂ ਬੰਦਾ ਸ਼ੁਰੂ ਹੋਏਗਾ ਜਾਣਾ ਕਿ ਤੁਹਾਨੂੰ ਮੁਸ਼ਕਲ ਨਾਲ ਹੋ ਜਾਏਗਾ ਕਿ ਮੈਂ ਦੇਸ਼ ਕਿਵੇਂ ਸੰਭਾਂ। ਮਹਾਰਾਜ ਜੀ ਸਿੱਧੇ ਤੌਰ ਤੇ ਜਿਹੜੀ ਭਵਿੱਖਬਾਣੀ ਹੈ ਇਹ ਦੱਸੋ ਕਿ ਕੀ ਤੁਹਾਡੇ ਆંકੜਿਆਂ ਦੇ ਮੁਤਾਬਕ ਜਿਹੜਾ ਖੇਤੀ ਕਾਨੂੰਨ ਹੈ ਰੱਦ ਹੋਏਗਾ? ਮੇਰਾ ਫਿਰ ਤੋਂ ਪ੍ਰਸ਼ਨ ਹੈ। ਹਾਂਜੀ, ਇਹ ਜਨਵਰੀ ਦੇ 5 ਤਰੀਕ ਤੋਂ ਬਾਅਦ ਇਹ ਰੱਦ ਹੋ ਸਕਦਾ ਹੈ। ਇਹਨਾਂ ਦਾ ਕੁਝ ਆਪਣਾ ਫੈਸਲਾ ਆਪਸ 'ਚ ਮੇਲਜੋਲ ਹੋ ਕੇ ਫੈਸਲਾ ਹੋ ਸਕਦਾ ਹੈ। ਤੇ ਦੇਖੋ ਬਹੁਤ ਵੱਡੀ ਗੱਲ ਹੈ ਮਹੰਤ ਚੰਡੀਦਾਸ ਜੀ ਦੀ ਕਿ 5 ਜਨਵਰੀ ਤੋਂ ਬਾਅਦ, 5 ਜਨਵਰੀ ਤੋਂ ਪਹਿਲਾਂ ਮਹਾਰਾਜ ਜੀ ਕੁਝ ਨਹੀਂ ਹੋਣਾ। ਦੇਖੋ ਜੋ ਵੀ 30 ਤਰੀਕ ਨੂੰ ਵੀ ਇਹਨਾਂ ਨੇ ਹੁਣ ਟਾਈਮ ਲਿੱਤਾ ਹੈ ਜੀ, 30 ਤਰੀਕ ਤਾਂ ਗਈ ਜੀ, 30 ਤਰੀਕ ਤਾਂ ਚਲੀ ਗਈ, ਹੁਣ ਕੁਝ ਨਹੀਂ ਹੋਇਆ ਹਾਲੇ ਤੱਕ। ਹਾਂਜੀ, 30 ਤਰੀਕ ਜੋ ਵੀ ਕੀਤਾ ਉਹ 'ਚ ਕੋਈ ਹੱਲ ਤਾਂ ਨਿਕਲੇਗਾ ਨਹੀਂ ਜੀ, ਕਿਉਂਕਿ ਇਹ ਹੱਲ ਹਜੇ ਥੋੜਾ ਜਿਹਾ ਹੋਰ ਸੰਘਰਸ਼ ਚੱਲੇਗਾ, ਉਸ ਤੋਂ ਬਾਅਦ ਹੀ ਹੱਲ ਚੱਲੂਗਾ। ਮਹਾਰਾਜ ਜੀ ਕਿਸਾਨ ਜਿਹੜੇ ਨੇ ਸਾਡੇ, ਕਿਸਾਨ ਦੇ ਪੁੱਤਰ ਦੀ ਗੱਲ ਕਰੀਏ, ਉਹ ਰਾਖੀ ਕਰ ਰਹੇ ਨੇ ਬਾਰਡਰ ਦੇ ਉੱਤੇ। ਕਿਸਾਨ ਜਾ ਕੇ ਉਹਨਾਂ ਦੇ ਬਜ਼ੁਰਗ ਮਾਤਾ ਪਿਤਾ ਬੈਠੇ ਨੇ ਦਿੱਲੀ ਦੀ ਸਰਹੱਦ ਦੇ ਉੱਤੇ। ਕਿਸਾਨ ਕਹਿੰਦੇ ਨੇ ਕਿ ਅਸੀਂ ਸਰਹੱਦਾਂ ਤੇ ਵੀ ਲੜੀਏ ਤੇ ਸਾਡੇ ਜਿਹੜੇ ਮਾਪੇ ਨੇ ਉਹ ਜਾ ਕੇ ਸਰਹੱਦਾਂ ਤੇ ਵੀ ਬੈਠਣ। ਕੀ ਕਦੋਂ ਤੱਕ ਜਾਇਜ਼ ਮੰਨਦੇ ਹੋ? ਦੇਖੋ ਕੀ ਕਿਸਾਨ ਲੜਨ ਵਾਸਤੇ ਬਣਿਆ? ਕਿਸਾਨ ਦੇਖੋ ਹੁਣ ਤਾਂ ਬੜੀ ਸ਼ਾਂਤੀ ਨਾਲ ਬੈਠਾ ਹੈ ਜੀ। ਮੇਰੀ ਭਵਿੱਖਬਾਣੀ ਵਿੱਚ ਇਹ ਵੀ ਹੈ ਕਿ ਦੇਖੋ ਆਉਣ ਵਾਲਾ ਵਕਤ ਇਹ ਨਾ ਹੋਵੇ ਮੋਦੀ ਜੀ ਕਦੇ ਤੁਸੀਂ ਉਹਨਾਂ ਨੂੰ ਉਗਰਵਾਦੀ ਕਹਿਣ ਲੱਗ ਜਾਓ
जी अपने हक महाराज जी सीधे नहीं मैं महाराज जी गल बिल्कुल सीधे तौर पर कहांगा। हरियाणा के मुख्य मंत्री मनोहर लाल खट्टर ने सीधे तौर पर कहा कि उरे खालिस्तानी है, उरे खालिस्तानी विचों वड़े हुए हैं, जिस तो बाद किसानों नूं लगातार ये गल लगानी पई, कहनी पई कि वी आर फार्मर्स नॉट खालिस्तानी। देखो ये तो एक सरकार कदे चाइना विच वड़ गई, कदे पाकिस्तान विच वड़ गया, कदे खालिस्तान जी। हुण अपने हिंदुस्तान च इन्नी समझ आ गई कि बुरे बंदे को दूर ही रखते हैं जी। और जट्टां च इन्नी शांति है इस टाइम कि तुसीं उहनूं देखो कि 35 दिन रात धुंदा च बैठे, इस तो बाद शांति होएगी की जी। कोई खालिस्तान नहीं हैगा, कोई कुछ नहीं हैगा। मैं जो भी मंत्री ने खिलाफ हो रहा है, तुसीं अपनी कुर्सी चमकाउण वास्ते उन्होंने बदनाम ना करो। सब तो ज़्यादा खालिस्तान तुसीं हो जिहड़ा हजे तक नहीं पुकार नहीं सुनी। जी बिल्कुल बिल्कुल महाराज जी, खालिस्तानियों का मतलब सीधे तौर पर कहा जाता है कि उग्रवादी या कट्टड़वादी जिहड़े लोगों का काम है दंगा भड़काउणा, लेकिन हाले तक लगातार जिवें कि 3.5 महीने 4 महीने होने हो गए संघर्ष, पहला 2.5 महीने लगातार पंजाब दे विच 3 महीने चलिया, उस तो बाद हुण 1 महीने तो उपर हो गया, दिल्ली दे विच भी किसान संघर्ष कर रहा है। अजे तक कोई भी अनहोनी घटना नहीं हुई, पर जेकर इस इन्हां दे विच खालिस्तानी होंदे, कोई पाकिस्तानी होंदे या कोई उग्रवादी होंदे तां हुण कुछ ना कुछ अनहोनियां घटनावां घट सकदियां सन। हाँ बिल्कुल सही गल है, जे चीज़ां होंदियां हुण तक कुछ तो कुछ हो जाता जी। लेकिन फिर भी मैं ये गल जरूर कहना चाहना है कि कदों तक शांति बंदा करूगा, क्योंकि 5वें पातशाह जी ने भी शांति के रूप च प्रति दबियां ते बैठे, उन्होंने भी यह जाके कहता सी हुण शांति बहुत हो गई, हुण एक पासे माला एक पासे खंडा। यही खंडा उदी चक्या जद कि शांति नहीं पूर्ण चक के हुई। इसी करके मोदी जी मैं थोड़ा यही कहना चाहना, कोई गर्म खून अजकल के जवान कोई उन्होंने तो गलत काम ना हो जाए, जिन्होंने नाम तुसी जिमें भगत सिंह ने अपने देश वास्ते लड़ाई की तो उन्होंने भी उग्रवादी कहा, उन्होंने अपने हक वास्ते लड़ाई की। अगर इन्होंने हक विच इन्हें कोई ना कोई बंदा लड़ पिया तुसी उन्हें उग्रवादी कह दोगे, बदनाम कर दोगे। तो देखो बिल्कुल बिल्कुल महाराज जी, तुसी महंत चंडीदास जी ने बहुत वधिया गल सीधे तौर पर गल कही है कि इन्हां दे विच हो सकता है किसी का खून खौल जे, पर लेकिन ये सीधे तौर पर स्काई न्यूज़ पंजाब हरियाणा हिमाचल गल बिल्कुल साफ सुथरी स्पष्ट दस देना चाहता है कि अजे तक कोई भी अनहोनी घटना नहीं हुई, जो कि देश के विच एक बहुत वड्डी गल है। और महाराज जी एडा वड्डा शांति प्रिय अंदोलन लगातार जिहड़ा कि 4 महीने तो चल रहा है, यह किसानां दी शाबाशी है, साडे अन्नदातावां दी शाबाशी है। और खास तौर पर अजे तक जदों भी कोई अजिहा व्यक्ति विच वड़न की कोशिश करता है उसनूं बाकायदा उत्थे ਸਿੰਘੂ बॉर्डर की गल करिए, टिकरी बॉर्डर की गल करिए, गाजीपुर बॉर्डर की गल करिए तो उत्थे उन्होंने खदेड़ दिता जाता है, पुलिस भी चुक लैंदी है उन्होंने, और किसानों को भी जिथे लगता है उत्थे जिहड़ी यूनीयंस ने वो भी इन्ने एक्टिव ने, जदों उन्होंने पता लगता है कोई गलत बंदा विच वड़ गया उन्होंने भी तुरंत उत्थों बाहर कढ़ दिंदे ने। बिल्कुल सही गल है। देखो किसान बहुत चकन्ने हैं जी कि साडे ते किसी तरह का कलंक ना लग जाए। बिल्कुल बिल्कुल, लेकिन तुसी भी अपने आप तो यही सोचो कि जेडे इन्हें 35 दिन हो गए शांति ना बैठे, मोदी जी तुसी उन्हें कहीं ध्यान दो और छेती तो छेती फैसला करो अपना कि थोड़ा वधिया नाम होवे, नहीं तो थोड़ा मनु पक्का पता है कि भगवान की जिथे मर्जी तुसी महादेव की पूजा कर रहे हो या किसी महादेवी की पूजा कर रहे हो, थोड़े कोई काम नहीं आएगी। इसी करके थोड़ी सरकार कदों गिरजे थोनू अख के भुलेखे वांगू पता भी नहीं लगू। लेकिन महाराज जी उन्होंने तो पूरा लोक सभा की गल करिए, राज सभा की गल करिए, उन्होंने को पूरिया सीटां ने, पूरा उन्होंने को बहुमत है। 2024 तो पहले तो कहते सी वैसे नहीं जाना, जो मर्जी कर लीए। देखो इस कुदरत का कदे नहीं पता होंदा कदों जाके मीह पै जाए, कदे तूफान आ जाए, कदे हर कुदरत सब तो वड्डी है, ਉਹਦੇ ਅੱਗੇ कदे भी हंकार नहीं करना चाहिए। बनाए हुए सारे बंदे हो रहे हैं अज सच्चे बंदे जेडे धरती के पुत्र अपनी सारा कुछ छोड़ के काम काज छोड़ के अपने बच्चों को छोड़ के अपने दिन रात उत्थे बैठे हैं, उन्हें बारे सोचो। मोदी जिन्नी मर्जी सीटां थोड़ियां जद तूफान आना है और परलो आनी है, 1 मिनट च पता नहीं लगता की तो की हो जाता है। तुसी देखो कोरोना आई लोगों च की हाहाकार मच गई, पता लग गया हुण दूजी बीमारी शुरू होने की सोच रही है, पता नहीं लगता कदों की हो जाए, थोड़े बाजार बंद हो गए। मोदी जी तुसी दिमाग से ना रखो कि मैं जाके प्रधानमंत्री है, मेरे नाल बड़े बड़े बंदे हैं, कल मेरा कुछ नहीं हो सकता। तुसी भुलेखे च ना रहो। लेकिन अगर जगह तुसी धार्मिक किताबां बहुत पढ़िया है, लेकिन जेरे उहदे विच दस्सिया होया है
ਕਿ ਕਦੇ ਵੀ ਇਨਸਾਨ ਨੂੰ ਬੜੇ ਬੜੇ ਰਾਵਣ ਵਰਗੇ ਨੂੰ ਗਿਰ ਗਏ ਤਾਂ ਤੁਸੀਂ ਤਾਂ ਕੁਛ ਵੀ ਨਹੀਂ ਹੈ। ਮਹਾਰਾਜ ਜੀ ਤੁਸੀਂ ਗੱਲ ਕੀਤੀ ਕਿ ਧਰਮ ਦੀ ਬਹੁਤ ਲੰਬੀ ਚੌੜੀ ਵਿਆਖਿਆ ਤੁਸੀਂ ਕੀਤੀ। ਮੈਨੂੰ ਇੱਕ ਛੋਟੀ ਜਿਹੀ ਗੱਲ ਦੱਸੋ, ਮੇਰੇ ਮਨ ਦੇ ਵਿੱਚ ਹੈ, ਹਾਲਾਂਕਿ ਪਹਿਲਾਂ ਤੋਂ ਮੈਂ ਨਹੀਂ ਸੋਚਿਆ ਸੀ ਪ੍ਰਸ਼ਨ ਕਰਨ ਦਾ। ਜਦੋਂ ਗੁਰਦੁਆਰਾ ਰਕਾਬਗੰਜ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਏ, ਉੱਥੋਂ ਜਿਵੇਂ ਮੱਥਾ ਟੇਕ ਕੇ ਉਤਰੇ ਨੇ, ਬਾਹਰ ਨਿਕਲਣ ਲੱਗੇ ਨੇ, ਗ੍ਰੰਥੀ ਸਿੰਘ ਸਾਹਿਬ ਨਾਲ ਗੱਲ ਕਰ ਰਹੇ ਨੇ, ਤਾਂ ਪਿੱਛੋਂ ਇੱਕ ਤੁਕ ਪੜੀ ਜਾ ਰਹੀ ਹੈ ਜਿਸ ਦੇ ਵਿੱਚ ਉਸ ਦਾ ਅਰਥ ਨਾਲ ਦੱਸਿਆ ਜਾ ਰਿਹਾ ਹੈ ਕਿ ਤੂੰ ਜਿੰਨਾ ਮਰਜ਼ੀ ਧਰਮ ਦੇ ਕੰਮ ਕਰ ਲੈ, ਪਰ ਜੇਕਰ ਤੂੰ ਆਮ ਵਿਅਕਤੀ ਦੀ ਗੱਲ ਨਹੀਂ ਸੁਣੇਗਾ ਤਾਂ ਤੇਰੇ ਇਹ ਕੰਮ ਕੀਤੇ ਕਰਾਏ ਕੰਮ ਨਹੀਂ ਆਉਣੇ, ਤੇਰਾ ਇਹ ਧਰਮ ਦੇ ਜਿਹੜੇ ਕੰਮ ਨੇ ਇਸ ਦਾ ਤੈਨੂੰ ਫਲ ਨਹੀਂ ਮਿਲਣਾ। ਇੱਦਾਂ ਦੀ ਕੋਈ ਪਿੱਛੇ ਤੁਕ ਚੱਲ ਰਹੀ ਸੀ। ਕੀ ਇਸ ਨੂੰ ਅਸੀਂ ਅਕਾਲ ਪੁਰਖ ਦੀ ਕੀ ਇਸ ਨੂੰ ਅਕਾਲ ਪੁਰਖ ਦੀ ਗੱਲ ਕਰੀਏ ਕਿ ਸਿੱਧੇ ਤੌਰ ਤੇ ਅਗਰ ਪ੍ਰਧਾਨ ਮੰਤਰੀ ਸਵੇਰੇ ਸਵੇਰੇ ਉੱਠ ਕੇ ਉੱਥੇ ਮੱਥਾ ਟੇਕਣ ਜਾ ਰਹੇ ਨੇ, ਜਿੱਥੇ ਕਹਿੰਦੇ ਲਾਲ ਕਾਲੀਨ ਦੇ ਉੱਤੇ ਚੱਲਦੇ ਸੀ, ਉੱਥੇ ਭੁੰਜੇ ਚੱਲਦੇ ਹੋਏ ਜਾ ਰਹੇ ਨੇ ਠੰਡ ਦੇ ਵਿੱਚ, ਕੀ ਕੋਈ ਉਹਨਾਂ ਨੂੰ ਰਾਤੀ ਰੱਬੀ ਸਬੱਬੀ ਹੈ, ਰੱਬ ਦਾ ਕੋਈ ਅੰਦਰੋਂ ਡਰਾਵਣਾ ਸਪਨਾ ਕਹਿ ਲਈਏ, ਕੋਈ ਪਰਮਾਤਮਾ ਦੀ ਉਸ ਦੇ ਵੱਲ ਕੋਈ ਸਿੱਧਾ ਇਸ਼ਾਰਾ ਹੋ ਗਿਆ ਕਿ ਤੂੰ ਗੁਰਦੁਆਰਾ ਸਾਹਿਬ ਜਾ ਕੇ ਮੱਥੇ ਟੇਕਿਆ, ਭੁੱਲ ਬਖਸ਼ਾ ਕਿਆ? ਬਿਲਕੁਲ ਬਿਲਕੁਲ, ਇਹ ਅੰਦਰੋਂ ਤਾਂ ਡਰੇ ਹੋਏ ਹੈ ਜੀ, ਜਿਵੇਂ ਕਿ ਰਾਵਣ ਨੂੰ ਸੁਪਨੇ ਆਉਂਦੇ ਸੀ, ਅੰਦਰੋਂ ਡਰਿਆ ਪਿਆ ਸੀ, ਤੇ ਆਪਣੀ ਮੈਂ ਨਹੀਂ ਛੋੜੀ ਉਹਨੇ ਜੀ, ਮੈਂ ਛੋੜ ਕੇ ਆਪਣਾ ਸਾਰਾ ਕੁਝ ਖਤਮ ਕਰਤਾ ਉਹਨੇ। ਇसी करके ਇਹਦੇ ਮੋਦੀ ਅੰਦਰ ਵੀ ਡਰ ਸੀ, ਤਾਂ ਹੀ ਗੁਰੂ ਤੇਗ ਬਹਾਦਰ ਜੀ ਦੇ ਇੰਨੀ ਰੋਲੇ ਦੇ ਵਿੱਚੋਂ ਮੱਥਾ ਟੇਕਣ ਆਇਆ ਕਿ ਸ਼ਾਇਦ ਮੇਰੀ ਪੁਕਾਰ ਗੁਰੂ ਮਹਾਰਾਜ ਸੁਣ ਲੇ। ਪਰ ਗੁਰੂ ਮਹਾਰਾਜ ਨੇ ਜਿਵੇਂ ਤੁਸੀਂ ਦੱਸਿਆ ਕਿ ਇਹ ਅਰਥ ਇਸ ਤਰ੍ਹਾਂ ਬੋਲੇ, ਬਿਲਕੁਲ ਉਹ ਅਰਥ ਦਾ ਹਿਸਾਬ ਤਾਂ ਇਹੀ। ਮੈਂ ਕਹਾਂਗਾ ਇੱਕ ਵਾਰ ਪੈਨਲ ਪ੍ਰੋਡਿਊਸਰ ਨੂੰ ਦਿਖਾ ਵੀ ਦੇਣ, ਅਸੀਂ ਦੇਖ ਵੀ ਲੈਂਦੇ ਹਾਂ। ਦੇਖੋ ਟੀਵੀ ਸਕਰੀਨ ਦੇ ਉੱਤੇ ਸਾਡੇ ਚੱਲ ਰਿਹਾ। ਇਸ ਕਰਕੇ ਭਗਵਾਨ ਨੇ ਉਹਨੂੰ ਚਕੰਨਾ ਕੀਤਾ, ਸਮਝਦਾ। ਭਗਵਾਨ ਹਮੇਸ਼ਾ ਆਪਣੇ ਪਹਿਲਾਂ ਇੱਕ ਬੰਦੇ ਨੂੰ ਕਹਿੰਦਾ ਤੂੰ ਸਮਝਦਾ। ਭਗਵਾਨ ਨੇ ਛੇਤੀ ਕਰੋਧ ਨਹੀਂ ਕਰਦਾ। ਮੋਦੀ ਦੀ ਸਮਝ ਦੋ, ਦੇਖੋ ਤੁਹਾਨੂੰ ਇੱਡਾ ਬੜਾ ਵਾਕ ਉਸ ਗੁਰਦੁਆਰੇ 'ਚ ਮੱਥਾ ਟੇਕਣ ਦਾ ਆਇਆ, ਤੁਸੀਂ ਸਮਝ ਦੋ, ਨਹੀਂ ਤਾਂ ਤੁਹਾਨੂੰ ਪਤਾ ਨਹੀਂ ਲੱਗੇਗਾ ਤੁਹਾਡੇ ਨਾਲ ਹੋ ਕੀ ਗਿਆ ਜੀ। ਕੁਦਰਤ ਦਾ ਬਹੁਤ ਜ਼ਿਆਦਾ ਥੱਪੜ ਪਿਆ ਤਾਂ ਤੁਹਾਨੂੰ ਪਤਾ ਨਹੀਂ ਲੱਗਣਾ। ਮੈਂ ਸਿਰਫ ਕਿਸਾਨਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਆਪਸ 'ਚ ਸ਼ਾਂਤੀ ਰੱਖੋ, ਕਿਸੇ ਦੇ ਭੜਕਾਵੇ 'ਚ ਨਾ ਆਓ। ਉਹ ਜਿਵੇਂ ਚੱਲ ਰਿਹਾ ਤੁਹਾਡਾ ਬਹੁਤ ਮਹਿਮਾ ਹੋ ਰਹੀ ਹੈ ਦੁਨੀਆ 'ਚ, ਹਰ ਬੱਚਾ ਤੁਹਾਡੀ ਮਹਿਮਾ ਕਰ ਰਿਹਾ ਹੈ, ਤੁਸੀਂ ਬਹੁਤ ਵਧੀਆ। ਮਹਾਰਾਜ ਜੀ ਮਹਿਮਾ ਤਾਂ ਪਹਿਲਾਂ ਗਾਈ ਜਾਂਦੀ ਸੀ ਜਦੋਂ ਇਹ ਕਿਸਾਨ ਕਾਨੂੰਨ, ਜਿਹੜੇ ਖੇਤੀ ਕਾਨੂੰਨ ਹੈ ਲਾਗੂ ਨਹੀਂ ਹੋਏ ਸੀ। ਨਰਿੰਦਰ ਮੋਦੀ ਦੀ ਗੱਲ ਕਰੀਏ, ਭਾਰਤ ਤੋਂ ਲੈ ਕੇ ਸਾਡਾ ਸੁਪਰ ਪਾਵਰ ਦੇਸ਼ ਅਮਰੀਕਾ, ਉੱਥੇ ਤੱਕ ਵੀ ਮੋਦੀ ਹੁੰਦੀ ਸੀ, ਹਰ ਥਾਂ ਤੇ ਨਰਿੰਦਰ ਮੋਦੀ ਹੁੰਦੀ ਸੀ। ਪਰ ਖੇਤੀ ਕਾਨੂੰਨ ਆਉਣ ਤੋਂ ਬਾਅਦ, ਲਾਗੂ ਹੋਣ ਤੋਂ ਬਾਅਦ, ਉਹਨੂੰ ਭਾਰਤ ਤੋਂ ਲੈ ਕੇ ਗੱਲ ਕਰੀਏ, ਸਿੱਧਾ ਸਭ ਤੋਂ ਵੱਡੇ ਦੇਸ਼ ਅਮਰੀਕਾ ਦੀ ਗੱਲ ਕਰੀਏ, ਉੱਥੇ ਵੀ ਨਰਿੰਦਰ ਮੋਦੀ ਹਾਇਆ ਹੋ ਰਹੀ ਹੈ। ਬਿਲਕੁਲ, ਮੈਂ ਤਾਂ ਆਪ ਬਹੁਤ ਜ਼ਿਆਦਾ ਸ਼ਰਮ ਆਉਂਦੀ ਹੈ। ਇੱਕ ਸਾਡੇ ਜਿਸ ਦੇਸ਼ 'ਚ ਅਸੀਂ ਰਹਿੰਦੇ ਹਾਂ, ਉਸ ਪ੍ਰਧਾਨ ਮੰਤਰੀ ਦੀ ਅੱਜ ਤੱਕ ਇੰਨੀ ਨਿੰਦਿਆ ਨਹੀਂ ਹੋਈ, ਥੂ ਹੋ ਰਹੀ ਹੈ ਸਿੱਧੇ ਤੌਰ ਤੇ ਨਹੀਂ ਹੋਈ। ਥੂ ਜੋ ਵੀ ਥੂ ਹੋ ਰਹੀ ਹੈ, ਕਿੰਨੇ ਤੇਰੇ ਛਿੱਤਰ ਵੱਜ ਗਏ, ਕਿੰਨਾ ਕੁਛ ਫੁਕਦਾ। ਨਹੀਂ ਤਾਂ ਤੇਰਾ ਆਉਣ ਵਾਲਾ ਵਕਤ ਇਹ ਨਾ ਹੋ ਜਾਏ ਜਿਵੇਂ ਔਰੰਗਜ਼ੇਬ ਦੇ ਦੀਵਾ ਨਹੀਂ ਬੱਲਿਆ, ਉਹਨੇ ਨੇ ਇੱਡੀ ਬੜੀ ਰਾਜ ਕਰਨ ਦੀ ਕੋਸ਼ਿਸ਼ ਕੀਤੀ, ਮੈਂ ਗੱਲ ਕਰ ਦੂੰਗਾ, ਕਦੇ ਤੁਹਾਡਾ ਵੀ ਉਹ ਹਾਲ ਨਾ ਹੋ ਜੇ। ਜਿੱਥੇ ਤੁਸੀਂ ਆਪਣੀ ਕਿਤਾਬਾਂ ਛਪਾਉਣਾ ਚਾਹੁੰਦੇ ਸੀ, ਮੇਰਾ ਚੰਗਾ ਨਾਮ ਹੋਏ ਨਾ ਹੋਵੇ, ਤੁਹਾਡੇ ਕੋਈ ਦੀਵਾ ਬਾਲਣ ਵਾਲਾ ਵੀ ਨਾ ਹੋਵੇ। ਮੋਦੀ ਜੀ ਹਜੇ ਵੀ ਸਮਝ ਜੋ। ਮਹਾਰਾਜ ਜੀ ਇੱਕ ਗੱਲ ਮੈਂ ਲਾਸਟ ਜਿਹੜਾ ਪ੍ਰਸ਼ਨ ਹੈ ਤੁਹਾਨੂੰ ਪੁੱਛਣਾ ਚਾਹਾਂਗਾ। ਸੰਤਾਂ ਦਾ ਲਗਾਤਾਰ ਦੁੱਖ ਦਰਦ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਦੇਖਿਆ ਜਾ ਰਿਹਾ ਹੈ। ਸੰਤ ਬਾਬਾ ਰਾਮ ਸਿੰਘ ਜੀ ਨਾਨਕਸਰ ਸਿੰਘੜਾ ਵਾਲੇ, ਜਿਨ੍ਹਾਂ ਦੇ ਨਾਲ ਲੱਖਾਂ ਫਾਲੋਅਰ, ਲੱਖਾਂ ਕਿਸਾਨ ਉਹਨਾਂ ਦੇ ਨਾਲ ਜੁੜੇ ਹੋਏ ਸੀ, ਉਹਨਾਂ ਨੂੰ ਸ਼ਹਾਦਤ ਦੇਣੀ ਪਈ। ਇੰਨਾ ਦੁੱਖ ਸੀ ਉਹਨਾਂ ਦੇ ਮਨ ਦੇ ਵਿੱਚ ਵੀ, ਉਹਨਾਂ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਦੇਖੋ, ਸਾਧ ਸੰਤ ਜੀ ਨੇ ਆਪਣੇ ਆਪ ਨੂੰ ਗੋਲੀ ਮਾਰੀ ਜੀ, ਉਹ ਬਹੁਤ ਦੁੱਖ ਵਾਲੀ ਗੱਲ ਹੈ, ਕਿਉਂਕਿ ਉਹਨਾਂ ਨੇ ਵਸ ਤੋਂ ਬਾਹਰ ਸੀ ਜੀ। ਤੂੰ ਜਿਹੜੇ ਅੱਜ ਕੱਲ੍ਹ ਰਾਜ ਆ ਗਿਆ, ਉਹ ਕੀ ਸਾਧ ਸੰਤ ਦੀ ਵੀ ਕਦਰ ਕਰਨੀ ਬੰਦ ਕਰਤੀ ਇਹਨਾਂ ਨੇ। ਤੁਸੀਂ ਦੇਖਿਆ ਹੋਊਗਾ, ਕਦੇ ਕਿਤੇ ਸਾਧ ਮਾਰਤਾ, ਕਦੇ ਕੀ ਕਰਤਾ, ਕੋਈ ਉਹਨਾਂ ਦੀ ਪੁਕਾਰ ਨਹੀਂ ਸੁਣੀ ਗਈ। ਇਸੇ ਕਰਕੇ ਵਿਚਾਰੇ ਸਾਧਾਂ ਨੇ ਹੋਰ ਤਾਂ ਕੁਝ ਕਰ ਨਹੀਂ ਸਕਦੇ ਸੀ, ਉਹਨਾਂ ਨੇ ਆਪਣੀ ਕੁਰਬਾਨੀ ਦੇ ਦਿੱਤੀ। ਇਸੇ ਕਰਕੇ ਉਹਦੇ ਦਿਮਾਗ 'ਚ ਫੇਰ ਨਹੀਂ ਆ ਰਿਹਾ, ਕਿੰਨੇ ਕਿਸਾਨ ਵੀ ਆਪਣੀ ਕੁਰਬਾਨੀਆਂ ਦੇ ਰਹੇ ਇੱਕ ਤਰ੍ਹਾਂ ਦੇ ਮਰ ਕੇ, ਅਤੇ ਉਹਨਾਂ ਨੂੰ ਮੋਦੀ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ ਕੀ ਨਾ ਕਰਾਂ। ਉਹ ਤੁਸੀਂ ਤਾਂ ਸਾਰੇ ਆਪਣੀ ਰਜਾਈਆਂ 'ਚ ਠੰਡੇ ਗਰਮੀਆਂ 'ਚ AC ਲਾ ਕੇ ਸੌ ਜਾਂਦੇ ਹੋ। ਜੋ ਵੀ ਹੈਗਾ ਤੁਸੀਂ ਦੇਖੋ, ਠੰਡ 'ਚ ਬੈਠੇ ਆ ਬੱਚੇ, ਖੁਦ ਤੀਵੀਆਂ ਭੈਣਾਂ, ਜਿੰਨੀਆਂ ਵੀ ਭੈਣਾਂ ਤੁਸੀਂ ਦੇਖੋ, ਉਹ ਵੀ ਘਰੋਂ ਨਿਕਲ ਗਈਆਂ, ਖੇਤੀਆਂ ਕਰ ਰਹੀਆਂ। ਤੁਸੀਂ ਉਹਨਾਂ ਨੂੰ ਦੇਖੋ, ਮੋਦੀ ਜੀ ਦਿਲ ਆਪਣਾ ਸਾਫ਼ ਕਰੋ, ਤੁਹਾਨੂੰ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਰੱਬ ਦੀ ਮਾਰਤੀ ਬਹੁਤ ਜ਼ਿਆਦਾ ਚਪੇੜ ਪੈ ਜੂਗੀ।
ਦੇਖੋ ਬਿਲਕੁਲ ਬਿਲकुल महाराज जी, महाराज चंडीदास जी, ਤੁਸੀਂ ਬਿਲਕੁਲ ਗੱਲ ਕਹੀ ਕਿ ਰੱਬ ਦੀ ਚਪੇੜ ਪੈ ਜਾਏਗੀ ਔਰ ਰੱਬ ਦੀ ਕਹਿੰਦੇ ਲਾਠੀ ਜਦੋਂ ਵੱਜਦੀ ਹੈ ਤਾਂ ਉਸ 'ਚ ਆਵਾਜ਼ ਨਹੀਂ ਹੁੰਦੀ। ਸਕਾਈ ਨਿਊਜ਼ ਪੰਜਾਬ ਸਿੱਧੇ ਤੌਰ ਤੇ ਮੰਤ ਜੀ, ਚਾਹੇ ਅਸੀਂ ਤੁਹਾਡੀ ਗੱਲ ਨਾਲ ਸਮਰਥਨ ਨਾ ਕਰੀਏ, ਪਰ ਸਿੱਧੇ ਤੌਰ ਤੇ ਇਹ ਗੱਲ ਤਾਂ ਬਿਲਕੁਲ ਸਪਸ਼ਟ ਹੈ ਤੁਹਾਡੀ ਗੱਲ ਕਿ ਰੱਬ ਜਦੋਂ ਮਾਰਨ ਤੇ ਆਂਦਾ, ਰੱਬ ਕਹਿੰਦੇ ਜਦੋਂ ਦੇਣ ਲੱਗਦਾ ਉਦੋਂ ਵੀ ਪਤਾ ਨਹੀਂ ਲੱਗਦਾ। ਛੱਪਰ ਕਹਿੰਦੇ ਛੱਪਰ ਪਾੜ ਕੇ ਦੇ ਦਿੰਦਾ, ਤੇ ਰੱਬ ਜਦੋਂ ਕਹਿੰਦੇ ਲੈਣ ਲੱਗਦਾ ਤਾਂ ਪਤਾ ਨਹੀਂ ਚੰਗੇ ਚੰਗੇ ਰਾਜੇ ਜਿਹੜੇ ਨੇ ਉਹਨਾਂ ਨੂੰ ਵੀ ਭੁੰਜੇ ਲਿਆ ਦਿੰਦਾ, ਉਸ ਨੂੰ ਵੀ ਫਕੀਰ ਬਣਾ ਦਿੰਦਾ। ਫਕੀਰ ਜਦੋਂ ਬਣ ਜਾਂਦਾ ਉਦੋਂ ਵੀ ਉਸ ਨੂੰ ਕਹਿੰਦੇ ਮੰਗਿਆ ਤੇ ਖੈਰ ਵੀ ਨਹੀਂ ਮਿਲਦੀ। ਬਿਲਕੁਲ ਬਿਲकुल। ਵੈਸੇ ਮੈਂ ਤਾਂ ਇਹੀ ਬਾਰ-ਬਾਰ ਇਹੀ ਜਾ ਕੇ ਕਹਿਣਾ ਕਿ ਮੋਦੀ ਦੇ ਦਿਨ ਬੁਰੇ ਆ ਗਏ। ਮੋਦੀ ਜੀ ਆਪਣੇ ਬੁਰੇ ਦਿਨਾਂ ਨੂੰ ਦੇਖੋ, ਆਪਣੇ ਬੁਰੇ ਦਿਨਾਂ ਨੂੰ ਦੇਖੋ, ਆਪਣੀ ਸਰਦਾਰੀ ਨਾ ਦੇਖੋ। ਕਦੇ ਇਹ ਨਾ ਹੋਵੇ ਤੁਹਾਡੀ ਜਿਹੜੀ ਸਿਰ 'ਤੇ ਤੁਸੀਂ ਕਦੇ ਪੱਗ ਬੰਨ੍ਹ ਲੈਂਦੇ ਹੋ, ਕਦੇ ਕੀ ਦਾੜੀ ਵਧਾ ਲੈਂਦੇ ਹੋ, ਇਹਦਾ ਉਲਟ ਹੋ ਜੇ ਸਾਰਾ ਕੁਛ। ਤਾਂ ਬਿਲਕੁਲ ਬਿਲकुल महाराज जी, ਤੁਸੀਂ ਸਕਾਈ ਨਿਊਜ਼ ਪੰਜਾਬ ਦੇ ਵਿੱਚ ਸਾਨੂੰ ਬਹੁਤ ਬਹੁਤ ਸਮਾਂ ਦਿੱਤਾ ਹੈ, ਇਸ ਦੇ ਲਈ ਸਕਾਈ ਨਿਊਜ਼ ਪੰਜਾਬ ਹਰਿਆਣਾ ਹਿਮਾਚਲ ਤੁਹਾਡਾ ਬਹੁਤ ਬਹੁਤ ਧੰਨਵਾਦੀ ਹੈ। ਪਰ ਨਾਲ ਇਹ ਵੀ ਗੱਲ ਕਹਿੰਦਾ ਕਿ ਸਕਾਈ ਨਿਊਜ਼ ਪੰਜਾਬ ਹਰਿਆਣਾ ਹਿਮਾਚਲ ਲਗਾਤਾਰ ਕਿਸਾਨਾਂ ਦੇ ਪੱਖ ਦੀ ਗੱਲ ਕਰਦਾ ਰਿਹਾ ਔਰ ਸਕਾਈ ਨਿਊਜ਼ ਵੱਲੋਂ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ, ਜਿਸ ਤਰੀਕੇ ਨਾਲ ਤੁਸੀਂ ਲਗਾਤਾਰ 9 ਦਿਨ ਦਾ ਉਪਵਾਸ ਰੱਖਿਆ ਔਰ ਅਸੀਂ ਤੁਹਾਨੂੰ ਬੇਨਤੀ ਕਰਾਂਗੇ ਕਿ ਜਿਹੜਾ ਤੁਹਾਡਾ ਉਪਵਾਸ ਹੈ, ਤੁਹਾਡੇ ਜਿਹੜੇ ਹਵਨ ਹੈ, ਉਹਨਾਂ ਦੇ ਸਦਕਿਆਂ ਹੋ ਸਕਦਾ ਕਿ ਜਲਦੀ ਤੋਂ ਜਲਦੀ ਜਿਹੜੇ ਕਿਸਾਨ ਨੇ ਆਪਣੇ ਘਰਾਂ ਨੂੰ ਜਿੱਤ ਪ੍ਰਾਪਤ ਕਰਕੇ ਪਰਤਣ। ਬਿਲਕੁਲ ਜਿੱਤ ਹੋਏਗੀ ਕਿਸਾਨਾਂ ਦੀ। ਔਰ ਮੈਂ ਸਾਧ ਸੰਤ ਜੋ ਵੀ ਬੈਠੇ ਆ, ਦੇਖੋ ਤੁਸੀਂ ਡਰਨਾ ਬੰਦ ਹੋ ਜਾਓ। ਅਕਾਲ ਪੁਰਖ ਨੇ ਕਰਨਾ ਜੋ ਕਰਨਾ ਹੈ, ਇਹ ਮੋਦੀ ਨਹੀਂ ਕੁਝ ਕਰ ਸਕਦਾ ਜੀ। ਇसी करके साथ साथ जो भी पंडित जो भी ਜਿਹੜੀ ਮੱਤ ਦੇਣੀ ਹੈ ਉਹ ਵੀ ਅਕਾਲ ਪੁਰਖ ਨੇ ਦੇਣੀ ਹੈ, ਪਰਮਾਤਮਾ ਅਕਾਲ ਪੁਰਖ ਨੇ ਦੇਣੀ ਹੈ। ਤੁਸੀਂ ਆਪਣਾ ਜੋ ਵੀ ਹਵਨ ਤੁਹਾਡੇ ਤੋਂ ਜਿੰਨਾ ਵੀ ਯੋਗਦਾਨ ਹੁੰਦਾ ਹੈ ਉੱਥੇ ਜਾ ਕੇ ਤੁਸੀਂ ਆਪਣਾ ਯੋਗਦਾਨ ਕਰੋ। ਉਹ ਵਿੱਚ ਆਪਾਂ ਸਾਰੇ ਜਾ ਕੇ ਹਵਨ ਕਰੋ, ਪਾਠ ਕਰੋ, ਪੂਜਾ ਕਰੋ, ਪੂਜਾ ਪਾਠ ਜਿੰਨਾ ਵੀ ਹੁੰਦਾ, ਜਿੰਨਾ ਵੀ ਹੁੰਦਾ ਕਰੋ, ਕਿਉਂਕਿ ਜੇ ਕਿਸਾਨ ਨਹੀਂ ਤਾਂ ਕੋਈ ਵੀ ਨਹੀਂ ਜੀ। ਬਿਲਕੁਲ ਬਿਲकुल। ਦੇਖੋ ਅਸੀਂ ਗੱਲ ਕਰੀਏ ਕਿਸਾਨਾਂ ਦੀ, ਉੱਥੇ ਲਗਾਤਾਰ ਹਿੰਦੂ ਧਰਮ ਦਾ ਵੀ ਬਾਕਾਇਦਾ ਮੰਤਰ ਜਪੇ ਜਾ ਰਹੇ ਨੇ, ਉੱਥੇ ਸਿੱਖ ਧਰਮ ਦੇ ਵੀ ਬਾਕਾਇਦਾ ਅਰਦਾਸਾਂ ਹੁੰਦੀਆਂ ਨੇ ਸਵੇਰੇ ਸ਼ਾਮ, ਔਰ ਜਿਹੜੇ ਮੁਸਲਮਾਨ ਨੇ ਉਹ ਵੀ ਲਗਾਤਾਰ ਉਸ ਦੇ ਵਿੱਚ ਲੱਗੇ ਹੋਏ ਨੇ। ਔਰ ਸਕਾਈ ਨਿਊਜ਼ ਪੰਜਾਬ ਹਰਿਆਣਾ ਹਿਮਾਚਲ ਨੇ ਲਗਾਤਾਰ ਲੋਕਾਂ ਨੂੰ ਉੱਥੇ ਨਮਾਜ਼ ਪੜ੍ਹਦੇ ਹੋਏ ਵੀ ਦਿਖਾਇਆ ਔਰ ਕੁਝ ਕ੍ਰਿਸਚਨਸ ਵੀ ਉੱਥੇ ਲਗਾਤਾਰ ਸਮਰਥਨ ਕਰ ਰਹੇ ਨੇ। ਪੰਜਾਬ, ਹਰਿਆਣਾ, ਹਿਮਾਚਲ, ਉੱਤਰਾਖੰਡ ਦੀ ਗੱਲ ਕਰੀਏ, ਮਹਾਰਾਸ਼ਟਰ ਦੀ ਗੱਲ ਕਰੀਏ, ਤਾਮਿਲਨਾਡੂ ਦੀ ਗੱਲ ਕਰੀਏ, ਵੱਖ-ਵੱਖ ਰਾਜਾਂ ਤੋਂ, ਉੜੀਸਾ ਤੋਂ, ਦੂਰ ਤੋਂ ਮਹਾਰਾਜ ਜਿਹੜੇ ਕਿਸਾਨ ਨੇ ਉੱਥੇ ਲਗਾਤਾਰ ਆ ਰਹੇ ਨੇ। ਬਿਲਕੁਲ ਬਿਲकुल। ਜਿਹੜੇ ਉੱਥੇ ਪੂਜਾ ਪਾਠ ਕਰ ਰਹੇ ਉਹ ਕਿਸਾਨਾਂ ਵਾਸਤੇ। ਔਰ ਮੈਂ ਸਾਰੇ ਸੰਤਾਂ ਨੂੰ ਵੀ ਇਹੀ ਕਹਿਣਾ ਕਿ ਚਾਹੁੰਦਾ ਤੁਸੀਂ ਆਪਣੇ ਚੈਨਲਾਂ ਤੇ ਕਿਸੇ ਤੇ ਤੁਸੀਂ ਉਹਨਾਂ ਦੀ ਉਹਨਾਂ ਦੀ ਮਦਦ ਕਰੋ ਜੀ, ਉਹਨਾਂ ਦੀ ਮਦਦ ਕਰੋ ਔਰ ਕਿਸਾਨਾਂ ਨੂੰ ਹੌਸਲਾ ਦਿਓ। ਤੁਸੀਂ ਦੇਖੋ ਸਾਧ ਸੰਤ ਔਰ ਕਿਸਾਨ ਜੀ ਇੱਕੋ ਹੀ ਹੈ। ਤੁਸੀਂ ਮਾਲਾ ਜਪ ਕੇ ਸਾਧ ਹੋ, ਉਹ ਧਰਤੀ ਦੇ ਉੱਪਰ ਗਰਮੀ ਸਰਦੀ ਜਿਸ ਵੀ ਹਲ ਵਾਹ ਕੇ ਕਿਸੇ ਤਰ੍ਹਾਂ ਗਰਮੀ ਹੁੰਦੀ ਹੈ, ਠੰਡਾ ਪਾਣੀ ਹੁੰਦਾ ਹੈ, ਉਹ ਅੰਨ ਪੈਦਾ ਕਰਕੇ ਤੁਹਾਨੂੰ ਅੱਗੇ ਭਜਾਉਂਦਾ ਹੈ। ਅਗਰ ਉਹ ਪੈਦਾ ਕਰਨਾ ਬੰਦ ਹੋ ਜਾਏਗੇ, ਕੋਈ ਵੀ ਕੁਛ ਇਹੋ ਜਿਹਾ ਕੰਮ ਨਹੀਂ ਕਰੇਗਾ, ਤੁਸੀਂ ਸਾਰੇ ਸਾਧ ਸੰਤ, ਚਾਹੇ ਆਪਾਂ, ਹਰ ਬੰਦਾ ਭੁੱਖਾ ਮਰ ਜਾਏਗਾ। ਇਸੇ ਕਰਕੇ ਤੁਸੀਂ ਸਾਧ ਸੰਤਾਂ ਦੀ ਹੱਕ 'ਚ ਕੰਮ ਜੋ ਵੀ ਕੰਮ ਹੈ ਉਹ ਪੂਜਾ ਪਾਠ ਕਰੋ ਕਿ ਇਹਨਾਂ ਦਾ ਮੇਲ ਜੋਲ ਹੋ ਜੇ, ਉਹਨੇ ਹੱਕ ਦੀ ਗੱਲ ਹੋ ਜੇ। ਮਹਾਰਾਜ ਜੀ, ਤਪਦੀਆਂ ਲੂਆਂ ਦੇ ਵਿੱਚ, ਗਰਮੀਆਂ ਦੇ ਵਿੱਚ ਜਦੋਂ ਬਹੁਤ ਤੇਜ਼ ਗਰਮੀ ਪੈ ਰਹੀ ਹੁੰਦੀ ਹੈ, ਤੱਤੀਆਂ ਹਵਾਵਾਂ ਚੱਲ ਰਹੀਆਂ, ਉਹਨੇ ਠੰਡ ਦੀ ਗੱਲ ਕਰੀਏ, ਠੰਡੀਆਂ ਰਾਤਾਂ ਦੇ ਵਿੱਚ ਸੱਪਾਂ ਦੀਆਂ ਸਿਰੀਆਂ ਪੈਰਾਂ ਦੇ ਥੱਲੇ ਮਿੱਧ ਕੇ ਉਹ ਅੰਨ ਉਗਾਉਂਦੇ ਨੇ, ਜਿਹੜਾ ਅੰਨ ਅੱਜ ਭਾਰਤ ਦਾ 130 ਕਰੋੜ ਜਿਹੜੀ ਜਨਤਾ ਹੈਗੀ, 130 ਕਰੋੜ ਤੋਂ ਵੱਧ ਜਿਹੜੇ ਲੋਕ ਨੇ ਉਹ ਅੰਨ ਖਾਂਦੇ ਨੇ, ਜਿਸ ਦੇ ਕਰਕੇ ਉਹਨਾਂ ਢਿੱਡ ਭਰਦਾ। ਔਰ ਅੱਜ ਜ਼ਿਆਦਾਤਰ ਜਿਹੜਾ ਲੋਕ ਹੈ, ਚਾਹੇ ਉਹ ਕਿਸੇ ਵਰਗ ਦਾ ਹੋਵੇ, ਕਿਸੇ ਧਰਮ ਦੇ ਨਾਲ ਹੋਵੇ, ਉਹ ਚੁੱਪ ਬੈਠਾ। ਕੀ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਉਹਨਾਂ ਨੂੰ ਜਾਗਣਾ ਚਾਹੀਦਾ? ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਉਹਨਾਂ ਨੂੰ? ਹਾਂਜੀ, ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ, ਜਿੰਨੇ ਵੀ ਆਮ ਇਨਸਾਨ ਤੋਂ ਲੈ ਕੇ ਪੰਡਤਾਂ ਤੋਂ ਲੈ ਕੇ ਸਾਧ ਸੰਤਾਂ ਤੱਕ ਤੁਸੀਂ ਆਪਣੀ ਅੱਖਾਂ ਖੋਲੋ। ਨਹੀਂ ਤਾਂ ਅੱਜ ਤੁਸੀਂ ਮੋਦੀ ਦੀ ਜੈ ਜੈਕਾਰ ਨਾ ਕਰ ਰਹੇ ਹੋ, ਕੱਲ੍ਹ ਨੂੰ ਐਸਾ ਨਾ ਹੋਵੇ ਅੱਜ ਤੁਹਾਨੂੰ 20-25 ਕਿਲੋ ਰੁਪਏ ਆਟਾ ਮਿਲਿਆ, ਕੱਲ੍ਹ ਨੂੰ 100 ਰੁਪਏ ਕਿਲੋ ਹੋ ਜੇ। ਇੱਕ ਰੇਹੜੀ ਚਲਾ ਰਿਹਾ ਹੈ ਜਿਹੜਾ ਕਿ ਵਿਚਾਰਾ 50 ਰੁਪਏ ਰੋਜ਼ ਕਮਾ ਰਿਹਾ ਹੈ, ਉਹ ਕਿੱਥੋਂ ਖਾਊਗਾ? ਗਰੀਬ ਤਾਂ ਭੁੱਖਾ ਮਰ ਜਾਊਗਾ, ਤੁਸੀਂ ਸਾਰੇ ਭੁੱਖੇ ਮਰ ਜਾਓਗੇ। ਕਿਸਾਨ ਤੁਹਾਡੇ ਵਾਸਤੇ ਵੀ ਬੈਠੇ ਹੈ ਜੀ, ਇਹ ਨਹੀਂ ਇਕੱਲਾ ਕਿਸਾਨ ਆਪਣੇ ਵਾਸਤੇ ਬੈਠੇ ਹੈ, ਕਿਸਾਨ ਤੁਹਾਡੇ ਵਾਸਤੇ ਬੈਠੇ ਹੈ। ਜੇ ਕਾਨੂੰਨ ਪੂਰਾ ਹੋ ਗਿਆ, ਮੋਦੀ ਕੁਝ ਕਹੇ, ਇੱਕ ਵਾਰੀ ਤਾਂ ਉਹਨਾਂ ਨੂੰ ਧਨ ਦੇ ਕੇ, ਕਿਸੇ ਮੰਡੀ ਵਿੱਚ ਧਨ ਦੇ ਕੇ ਜ਼ਿਆਦਾ ਲਓ ਜੀ ਅਸੀਂ ਤੁਹਾਨੂੰ 200 ਰੁਪਏ ਕਿਲੋ ਦਿੰਦੇ ਹਾਂ, 400 ਰੁਪਏ ਕਿਲੋ, ਇੱਕ ਮੰਡੀ ਸਰਕਾਰੀ ਲਾ ਦੇਣਗੇ ਸਸਤਾ ਭਾਅ, ਉੱਧਰ ਚਲੇ ਗਏ। ਜਦ ਤੁਸੀਂ ਉਹਨਾਂ ਦੇ ਆਦੀ ਹੋ ਜਾਓਗੇ, ਕੱਲ੍ਹ ਨੂੰ ਫਿਰ ਉਹ ਤੁਹਾਨੂੰ 200 ਰੁਪਏ ਦੀ ਚੀਜ਼ ਕਹੇਂਗੇ ਅਸੀਂ ਤਾਂ 50 ਰੁਪਏ 40 ਰੁਪਏ ਲੈਣੀ ਹੈ।
ਤੁਹਾਨੂੰ ਐਸਾ ਤੁਹਾਡਾ ਪ੍ਰਭਾਵ ਬਣਾ ਦੇंगे, ਤੁਹਾਨੂੰ ਆਪਣਾ ਇੰਨਾ ਗੁਲਾਮ ਬਣਾ ਲੈਣਗੇ ਕਿ ਆਮ ਇਨਸਾਨ ਵੀ ਭੁੱਖਾ ਮਰ ਜਾਊਗਾ। ਆਮ ਇਨਸਾਨ ਇੰਨਾ ਭੁੱਖਾ ਮਰ ਜਾਊਗਾ ਕਿ ਚਾਹੇ ਮੀਡੀਆ ਵਾਲਾ, ਚਾਹੇ ਮੈਂ, ਚਾਹੇ ਕੋਈ ਵੀ ਹੈ, ਉਹਨੂੰ ਖਰੀਦਣਾ ਔਖਾ ਹੋ ਜਾਊਗਾ। ਢਿੱਡ ਇਹਨਾਂ ਨੇ ਭਰ ਲੈਣੇ ਹੈ, ਆਪਾਂ ਸਾਰੇ ਖਾਲੀ ਹੋ ਜਾਣੇ ਹੈ। ਤਾਂ ਬਿਲਕੁਲ ਮਹਾਰਾਜ ਜੀ, ਸਮਾਂ ਇਜਾਜ਼ਤ ਨਹੀਂ ਦੇ ਰਿਹਾ ਸਾਨੂੰ ਇਸ ਪ੍ਰੋਗਰਾਮ ਨੂੰ ਅੱਗੇ ਵਧਾਉਣ ਦੀ। ਫਿਲਹਾਲ ਸਕਾਈ ਨਿਊਜ਼ ਪੰਜਾਬ ਦੇ ਵਿੱਚ ਮਹੰਤ ਚੰਡੀਦਾਸ ਜੀ, ਤੁਸੀਂ ਆਪਣਾ ਬਹੁਤ ਸਮਾਂ ਦਿੱਤਾ, ਬਹੁਤ ਧੰਨਵਾਦ ਜੀ। ਜੈ ਕਿਸਾਨ ਜੈ ਜਵਾਨ। ਤਾਂ ਸਕਾਈ ਨਿਊਜ਼ ਪੰਜਾਬ ਵਿੱਚ ਅਜੇ ਤੱਕ ਲਈ ਇੰਨਾ ਹੀ। ਫਿਰ ਜੁੜਾਂਗੇ ਇੱਕ ਨਵੀਂ ਸ਼ਖਸੀਅਤ ਨੂੰ ਲੈ ਕੇ, ਗੱਲ ਕਰਾਂਗੇ ਸਿਰਫ ਜੈ ਕਿਸਾਨ ਜੈ ਜਵਾਨ ਦੇ ਨਾਲ ਉਸ ਅੰਨਦਾਤਾ ਦੀ ਜਿਹੜਾ ਲਗਾਤਾਰ ਠੰਡੀਆਂ ਰਾਤਾਂ ਦੇ ਵਿੱਚ ਬੈਠਾ ਹੈ, ਔਰ ਖਾਸ ਤੌਰ ਤੇ ਉਹਨਾਂ ਦੀਆਂ ਪਤਨੀਆਂ, ਉਹਨਾਂ ਦੇ ਬੱਚੇ, ਉਹਨਾਂ ਦੀਆਂ ਬੇਟੀਆਂ ਲਗਾਤਾਰ ਸੰਘਰਸ਼ ਕਰ ਰਹੀਆਂ ਨੇ। ਸਕਾਈ ਨਿਊਜ਼ ਪੰਜਾਬ, ਹਰਿਆਣਾ, ਹਿਮਾਚਲ ਕਿਸਾਨਾਂ ਦੇ ਹਮੇਸ਼ਾ ਨਾਲ ਖੜਾ ਹੈ ਤੇ ਨਾਲ ਖੜਾ ਰਹੇਗਾ। ਸਕਾਈ ਨਿਊਜ਼ ਪੰਜਾਬ ਵਿੱਚ ਹਰ ਨਵੀਂ ਤੇ ਤਾਜ਼ਾ ਤਰੀਨ ਖਬਰਾਂ ਲਈ ਤੁਸੀਂ ਦੇਖਦੇ ਰਹੋ ਸਕਾਈ ਨਿਊਜ਼। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।